ਮੈਂ ਰਣਬੀਰ ਸਿੰਘ ਰਾਣਾ ਵਿਧਾਨ ਸਭਾ ਚੋਣਾਂ ਨੂੰ ਗਿਣਵੇਂ ਚੁਣਵੇਂ ਦਿਨ ਬਾਕੀ ਰਹਿ ਗਏ ਨੇ। ਸਾਰੀਆਂ ਪਾਰਟੀਆਂ ਦੇ ਵੱਲੋਂ ਜਿਹੜੇ ਉਮੀਦਵਾਰ ਨੇ ਉਤਾਰ ਦਿੱਤੇ ਗਏ ਨੇ ਅਤੇ ਲੋਕਾਂ ਤੱਕ ਪਹੁੰਚ ਕਰ ਰਹੇ ਨੇ। ਆਪੋ ਆਪਣੀ ਜਿੱਤ ਦੇ ਦਾਅਵੇ ਵੀ ਕਰ ਰਹੇ ਨੇ, ਲੋਕਾਂ ਕੋਲ ਪਹੁੰਚ ਕਰਕੇ ਵਾਅਦੇ ਵੀ ਕਰ ਰਹੇ ਨੇ। ਤੇ ਇਸ ਵੇਲੇ ਸਾਡੇ ਨਾਲ ਹਲਕਾ ਦਾਖਾ ਤੋਂ ਮੌਜੂਦਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਮੌਜੂਦ ਨੇ, ਜਿਹੜੇ ਮੁੜ ਤੋਂ ਇਸ ਵਾਰ ਉਮੀਦਵਾਰ ਬਣਾਏ ਨੇ ਅਕਾਲੀ ਬਸਪਾ ਤੋਂ। ਸਵਾਗਤ ਹੈ ਇਆਲੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਸਾਰੇ ਸਰੋਤਿਆਂ ਨੂੰ। ਇਆਲੀ ਸਾਹਿਬ, ਜਿਸ ਢੰਗ ਦੇ ਨਾਲ ਤੁਸੀਂ 2012 ਦੇ ਵਿੱਚ ਤੁਸੀਂ ਜਿੱਤਦੇ ਹੋ, 2017 ਦੇ ਵਿੱਚ ਜਿਹੜੀ ਉਹ ਰਿਜ਼ਲਟ ਨਹੀਂ ਆ ਪਾਉਂਦੇ, ਆਮ ਆਦਮੀ ਪਾਰਟੀ ਦੀ ਵੱਡੀ ਵੇਵ ਆ ਜਾਂਦੀ ਹੈ, ਫਿਰ 2019 ਆ ਜਾਂਦਾ ਹੈ। ਇਹ ਜਿਹੜਾ ਉਤਰਾਅ ਚੜ੍ਹਾਅ ਸਿਆਸਤ ਦੇ ਵਿੱਚ, ਇਸ ਨੂੰ ਕਿਵੇਂ ਦੇਖਦੇ ਹੋ? 2017 'ਚ ਅਜਿਹਾ ਕੀ ਹੋ ਗਿਆ ਕਿ ਤੁਸੀਂ ਜਿੱਤ ਨਹੀਂ ਸਕੇ, ਫਿਰ 2019 ਆ ਗਈ, ਉਦੋਂ ਜ਼ਿਮਨੀ ਚੋਣ ਦੇ ਵਿੱਚ ਜਿੱਤ ਗਏ? ਦੇਖੋ, ਤਕਰੀਬਨ ਲੰਬੇ ਸਮੇਂ ਤੋਂ ਇਸ ਇਲਾਕੇ 'ਚ ਵਿਚਰਦੇ ਆਏ ਹਾਂ। ਇੱਕ ਵਰਕਰ ਦੇ ਤੌਰ ਤੇ ਮੈਂ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਜੀ। ਉਸ ਤੋਂ ਬਾਅਦ ਲੋਕਾਂ ਨਾਲ ਬੜਾ ਪਿਆਰ ਸਤਿਕਾਰ ਆਪਣਤ ਜਿਹੜੀ ਬਣੀ ਹੋਈ ਆ। ਕੀ ਹੋਇਆ, ਜਦੋਂ 17 ਦੀ ਇਲੈਕਸ਼ਨ ਆਈ ਉਸ ਟਾਈਮ ਇੱਕ ਵੇਵ ਇੱਦਾਂ ਦੀ ਸੀਗੀ ਆਪ ਦੀ, ਲੇਕਿਨ ਉਸ ਵੇਵ ਦੇ ਵਿੱਚ ਕਾਂਗਰਸ ਬਿਲਕੁਲ ਹੀ ਉੱਡ ਗਈ ਜੀ। ਅਸੀਂ ਕੰਮ ਕੀਤਾ ਸੀਗਾ, ਸਾਡਾ ਪੂਰਾ ਬੇਸ ਸੀਗਾ, ਲੋਕ ਸਾਡੇ ਨਾਲ ਸੀਗੇ। ਇੱਕ ਜਿਹੜਾ NRI ਫੈਕਟਰ ਸੀਗਾ, ਇੱਕ ਥੋੜ੍ਹਾ ਜਿਹੜਾ ਯੂਥ ਸੀਗਾ, ਉਹਨਾਂ ਨੂੰ ਕਾਫੀ ਜ਼ਿਆਦਾ ਇਸ ਗੱਲ ਦਾ ਸੀ ਵੀ ਇਹ ਨਵੀਂ ਪਾਰਟੀ ਆਈ ਹੈ, ਕੁਛ ਵੱਖਰਾ ਕਰਨਗੇ। ਸੋਸ਼ਲ ਮੀਡੀਆ ਦਾ ਬੜਾ ਵੱਡਾ ਰੋਲ ਸੀਗਾ। ਸੋ ਉਸ ਟਾਈਮ ਸਾਡੇ ਨਾਲ ਕੋਈ ਪਰਿਵਾਰ ਤਾਂ ਨਹੀਂ ਟੁੱਟਿਆ ਜ਼ਿਆਦਾ, ਕੋਈ ਨਾ ਮਾਤਰ। ਤੁਹਾਡੀ ਵੋਟ ਖੜੀ ਰਹੀ? ਨਹੀਂ, ਪਰਿਵਾਰ ਵੀ ਨਹੀਂ ਟੁੱਟਿਆ ਕੋਈ। ਅੰਦਰੋਂ ਵੋਟ ਥੋੜੀ ਮੋਟੀ ਖਿਸਕ ਗਈ ਹੈ ਨਾ, ਅੰਦਰ ਖਾਤੇ ਵੀ। ਜਿੱਦਾਂ ਬਾਹਰੋਂ ਕੈਨੇਡਾ ਤੋਂ ਫੋਨ ਆ ਗਿਆ, ਕੁਛ ਯੂਥ ਦਾ ਆਪਣਾ ਫੈਸਲਾ ਸੀਗਾ। ਕਿੰਨਾ 5-7 ਵੋਟਾਂ ਦਾ ਫਰਕ? 4000 ਦਾ ਜੀ, 4100 ਵੋਟ ਦਾ ਫਰਕ ਸੀ। ਲੇਕਿਨ ਕਾਂਗਰਸ ਦੀ ਜਿਹੜੀ ਉਹ ਸਾਡੇ ਨਾਲੋਂ ਮੇਰੇ ਨਾਲ ਵੀ 27000 ਪਿੱਛੇ ਸੀ। ਗੱਲ ਕਿਉਂ ਗੈਪ ਵੀ ਕਾਂਗਰਸ ਦੀ ਵੋਟ ਤਕਰੀਬਨ ਸਾਰੀ ਟਰਾਂਸਫਰ ਹੋ ਗਈ। ਤੇ ਜਦੋਂ ਹੁਣ 2019 ਆਈ, ਫਿਰ ਆਮ ਆਦਮੀ ਪਾਰਟੀ ਕਿਤੇ ਦਿਖੀ ਉਦੋਂ? ਨਾ, ਬਿਲਕੁਲ ਹੀ ਜ਼ਮਾਨਤ ਜ਼ਬਤ। ਕਿਉਂਕਿ ਲੋਕਾਂ ਨੇ ਦੇਖ ਲਿਆ ਸੀਗਾ ਵੀ ਇਹ ਲੋਕ ਧੋਖੇਬਾਜ਼ ਨੇ, ਇਹ ਸਬਜ਼-ਬਾਗ ਦਿਖਾਉਂਦੇ ਆ, ਲੇਕਿਨ ਅਸਲੀਅਤ ਹੈ ਨਹੀਂ ਗੀ। ਅੱਛਾ, ਕੈਪਟਨ ਸੰਦੀਪ ਸੰਧੂ ਤੁਹਾਡੇ ਖਿਲਾਫ ਉਮੀਦਵਾਰ ਨੇ ਇਸ ਵਾਰ, ਸਿੱਧਾ ਮੁਕਾਬਲਾ ਹੈ ਤੁਹਾਡੇ ਨਾਲ। 2019 ਦੇ ਵਿੱਚ ਵੀ ਬਹੁਤ ਵੱਡੀ ਫਾਈਟ ਸੀਗੀ ਜਦੋਂ ਜ਼ਿਮਨੀ ਚੋਣ ਸੀਗੀ, ਤਾਂ ਉਦੋਂ ਤੁਸੀਂ ਜਿੱਤਦੇ ਹੋ। ਇੱਕ ਪਾਸੇ ਪੂਰਾ ਸਰਕਾਰ ਦਾ ਜ਼ੋਰ ਸੀਗਾ, ਇੱਕ ਪਾਸੇ ਮਨਪ੍ਰੀਤ ਸਿੰਘ ਇਆਲੀ ਸੀਗੇ। ਕਿਵੇਂ ਫਿਰ ਇਹ ਸਾਰਾ ਕੁਝ ਹੋਇਆ? ਲੋਕਾਂ ਨੇ ਕਿਵੇਂ ਸਾਥ ਦਿੱਤਾ ਤੁਹਾਡਾ? ਨਹੀਂ, ਦੇਖੋ, ਜਿਹੜੇ ਇਸ ਪ੍ਰਮਾਤਮਾ ਦੀ ਮਿਹਰ ਨਾਲ ਜੋ ਕੰਮ ਹੋਏ ਨੇ ਇਲਾਕੇ 'ਚ ਨੇ, ਉਹ ਇੱਕ ਮਿਸਾਲ ਨੇ। ਇੱਕ ਵੱਖਰੀ ਤਰ੍ਹਾਂ ਦੀ ਡਿਵੈਲਪਮੈਂਟ ਇੱਥੇ ਹੋਈ ਹੈ ਨਾ ਜੀ। ਪੂਰੇ ਤੁਸੀਂ ਪੰਜਾਬ ਕੀ ਇੰਡੀਆ ਦੇ ਵਿੱਚ ਚਲੇ ਜਾਓ, ਇਸ ਤਰ੍ਹਾਂ ਦੇ ਤੁਹਾਨੂੰ ਖੇਡ ਪਾਰਕ ਨਹੀਂ ਮਿਲਣਗੇ। ਜਿਹੜੀ ਸਮੇਂ ਦੀ ਲੋੜ ਵੀ ਸਮਝ ਲਓ, ਆਪਾਂ ਹੈਲਥ ਨੂੰ ਲੈ ਕੇ ਦੇਖ ਲਈਏ, ਚਾਹੇ ਸਪੋਰਟਸ ਨੂੰ ਲੈ ਕੇ ਦੇਖ ਲਈਏ, ਛੋਟੇ ਬੱਚਿਆਂ ਤੋਂ ਲੈ ਕੇ ਦੇਖ ਲਈਏ, ਨੌਜਵਾਨ, ਬਜ਼ੁਰਗ, ਔਰਤਾਂ, ਬੀਬੀਆਂ, ਭੈਣਾਂ, ਹਰ ਵਰਗ ਦੇ ਲਈ ਉਹ ਇੱਕ ਬਹੁਤ ਵਧੀਆ ਪ੍ਰੋਜੈਕਟ ਸੀਗਾ। ਉਹ ਕੀ ਦੇਖੋ, ਜਿਵੇਂ ਕਰੋਨਾ ਦੀ ਵੇਵ ਆਈ, ਬਿਮਾਰੀ ਆਈ, ਇਸ ਬਿਮਾਰੀ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਸਾਨੂੰ ਉਦੋਂ ਹੈਲਥ ਦੇ ਬਾਰੇ ਲੋਕਾਂ ਨੂੰ ਅਵੇਅਰਨੈਸ ਹੋਈ ਵੀ ਹੈਲਥ ਕਿੰਨੀ ਜ਼ਰੂਰੀ ਆ। ਹੈਲਥ ਤੋਂ ਜ਼ਰੂਰੀ ਕੋਈ ਚੀਜ਼ ਨਹੀਂ ਹੈਗੀ। ਅੱਛਾ, ਜਦੋਂ ਹੁਣ ਕੈਪਟਨ ਸੰਦੀਪ ਸੰਧੂ 2019 ਦੇ ਵਿੱਚ ਆ ਗਏ, ਚਾਹੇ ਉਹਨਾਂ 'ਤੇ ਇਹ ਕਿਹਾ ਜਾਂਦਾ ਕਿ ਉਹ ਹਲਕੇ ਦੇ ਨਹੀਂ ਹੈਗੇ, ਪਰ ਉਹ ਹਲਕਾ ਛੱਡ ਕੇ ਨਹੀਂ ਗਏ। ਦੇਖੋ, ਹਲਕਾ ਛੱਡ ਕੇ ਜਾਣਾ ਪਤਾ ਕਿਉਂ ਨਹੀਂ ਗਏ? ਕਿਉਂਕਿ ਸਿਸਟਮ ਸਾਰਾ ਕੰਟਰੋਲ 'ਚ ਸੀਗਾ। ਹਜੇ ਤਾਂ ਸਰਕਾਰ ਸੀ ਨਾ, ਸਿਸਟਮ ਚੱਲਦਾ ਸੀ ਸਾਰਾ, ਸਾਰੇ ਅਫਸਰ ਲੱਗੇ ਹੋਏ ਨੇ, ਰੇਤੇ ਦਾ ਕੰਮ ਚੱਲਦਾ ਵਾ, ਹੋਰ ਬਹੁਤ ਕੁਝ ਚੱਲਦਾ ਵਾ। ਸੋ ਛੱਡ ਕੇ ਜਾ ਹੀ ਨਹੀਂ ਸਕਦੇ ਸੀ। ਜਦੋਂ ਰੈਗੂਲਰ ਇਨਕਮ ਆਉਂਦੀ ਹੋਵੇ, ਆਮਦਨੀ, ਉਹਦੇ ਛੱਡ ਕੇ ਵੀ ਚਲੇ ਜਾਣਗੇ। ਸਮਝੀ ਗੱਲ? ਉਸ ਕਰਕੇ ਛੱਡ ਕੇ ਨਹੀਂ ਗਏ, ਕਿਉਂਕਿ ਹੁਣ ਆ ਰਿਹਾ ਸੀ ਕੁਝ ਨਾ ਕੁਝ ਸਾਰੇ ਪਾਸਿਓਂ। ਸੋ ਲੇਕਿਨ ਇਹਨਾਂ ਨੇ 2.5 ਸਾਲਾਂ ਦੇ ਵਿੱਚ ਹਲਕੇ 'ਚ ਰਹਿ ਕੇ ਪਿਆਰ ਨਹੀਂ ਬਣਾਇਆ, ਨਫ਼ਰਤ ਪੈਦਾ ਕੀਤੀ ਆ। ਜਿਹੜੇ ਸਾਡੇ ਵਰਕਰ ਸੀਗੇ, ਉਹਨਾਂ 'ਤੇ ਜੋ ਦਬਾਅ ਬਣਾਇਆ ਗਿਆ, ਜੋ ਉਹਨਾਂ 'ਤੇ ਪਰਚੇ ਦਿੱਤੇ ਗਏ, ਜੋ ਸਾਡੇ ਹਲਕੇ 'ਚ ਜਿੰਨੀਆਂ ਐਗਰੀਕਲਚਰ ਸੁਸਾਇਟੀਆਂ ਸੀ, ਮਿਲਕ ਸੁਸਾਇਟੀਆਂ ਸੀ, ਇੱਕ ਦੀ ਵੀ ਚੋਣ ਨਹੀਂ ਹੋਣ ਦਿੱਤੀ ਗਈ। ਇੱਕ ਚੋਣ ਹੋਈ ਹੈ ਸਿਰਫ, ਬੋਪਾਰਾ ਕਲਾਂ ਹਾਈ ਕੋਰਟ ਦੀ ਡਾਇਰੈਕਸ਼ਨ। ਇਆਲੀ ਸਾਹਿਬ, ਇਹ ਐਲੀਗੇਸ਼ਨ ਇਸ ਤਰ੍ਹਾਂ ਹੀ ਹੁੰਦਾ, ਜਦੋਂ ਤੁਹਾਡੀ ਸਰਕਾਰ ਸੀਗੀ ਤੁਹਾਡੇ ਤੇ ਲੱਗਦੇ ਸੀਗੇ, ਹੁਣ ਕਾਂਗਰਸ ਦੀ ਸਰਕਾਰ ਹੈ, ਹੁਣ ਕਾਂਗਰਸ ਜਿਹੜੇ ਪਿੰਡ ਚੋਂ ਕੋਈ ਸਬੂਤ ਵੀ ਨਹੀਂ ਇਸ ਗੱਲ ਦੇ? ਨਹੀਂ, ਸਬੂਤ ਸਾਰਾ, ਜੇ ਤਾਂ ਮਰਜ਼ੀ ਪਿੰਡ ਜਾ ਕੇ ਪੁੱਛ ਲਓ ਜੀ, ਇਲੈਕਸ਼ਨ ਹੋਈ ਹੀ ਨਹੀਂ। ਲਿਸਟ ਲੱਗ ਜਾਂਦੀ ਸੀ, ਲਿਸਟ ਆ ਜਾਂਦੀ ਸੀ, ਉਹ ਲਿਸਟ ਲੱਗ ਗਈ। ਈਵਨ ਜਿਹੜੇ ਦੇਖੋ, ਜੇ ਅਸੀਂ ਕਿਸੇ ਪਿੰਡ 'ਚ ਇਹ ਕੰਮ ਕਰ ਲਾਂਗੇ ਤਾਂ ਮੁੜ ਕੇ ਉਸ ਪਿੰਡ 'ਚ ਅਸੀਂ ਜਿੱਤ ਨਹੀਂ ਸਕਦੇ। ਮੈਂ ਤੁਹਾਨੂੰ ਸਿੱਧਾ ਹੀ ਦੱਸ ਦਿੰਦਾ, ਜੇ ਕਿਤੇ ਸਾਡੇ ਤੋਂ ਕੋਈ ਗਲਤੀ ਹੋਈ ਵੀ ਹੋਊ ਕਿਸੇ ਪਿੰਡ ਦੇ ਵਿੱਚ, ਪਹਿਲੀ ਗੱਲ ਤਾਂ ਹੋਈ ਨਹੀਂ। ਜੇ ਕਿਸੇ ਪਿੰਡ ਸਾਡੇ ਵਰਕਰ ਦੀ ਇਨਵੋਲਵਮੈਂਟ ਨਾਲ ਜਾਂ ਕੋਈ ਪ੍ਰੋਬਲਮ ਆ ਗਈ ਲਾ ਲਓ, ਤੇ ਅਸੀਂ ਉਹ ਪਿੰਡ ਨਹੀਂ ਦੁਬਾਰਾ ਜਿੱਤ ਸਕਦੇ। ਇਹ ਮੈਂ ਕਲੀਅਰ ਦੱਸ ਰਿਹਾ। ਸੰਧੂ ਸਾਹਿਬ ਰਹਿੰਦੇ ਨੇ ਹੁਣ ਇੱਥੇ, ਕਿੱਥੋਂ ਦੇ ਨੇ? ਨਹੀਂ, ਇਹ ਤਾਂ ਹਜੇ ਪਤਾ ਹੀ ਨਹੀਂ ਕਿੱਥੋਂ ਦੇ, ਇਹ ਤਾਂ ਕਿਸੇ ਨੂੰ ਪਿੰਡ ਹੀ ਨਹੀਂ ਪਤਾ ਹਲਕੇ ਇਹਨਾਂ ਦਾ। ਇਹ ਆਪ ਘੱਟ ਆਉਂਦੇ ਨੇ, ਇਹਨਾਂ ਦੇ ਪਰਿਵਾਰ ਦੇ ਮੈਂਬਰ, ਇਹਨਾਂ ਦੇ ਸਾਡੇ ਭੈਣ ਜੀ ਧਰਮ ਪਤਨੀ ਆ ਜਾਂ ਕਦੇ ਬੇਟਾ ਦੇਖਦੇ ਅਸੀਂ। ਇਹ ਤਾਂ ਮੇਰਾ ਖਿਆਲ ਪਿਛਲੇ ਤਾਂ 2 ਮਹੀਨੇ 'ਚ, ਹਾਲਾਂਕਿ 5 ਦਿਨ ਆਏ ਹੋਣਗੇ। ਹਜੇ ਤੱਕ ਦੇਖੋ ਤੁਸੀਂ ਹਲਕੇ ਦਾਖੇ 'ਚ ਇਹਨਾਂ ਦਾ ਕੋਈ ਟਿਕਾਣਾ ਨਹੀਂ।
ਕੋਈ ਦਫ਼ਤਰ ਨਹੀਂ, ਕੋਈ ਘਰ ਨਹੀਂ। ਦਫ਼ਤਰ ਵੀ ਕਿਸੇ ਨੇ ਦਿੱਤਾ ਹੋਇਆ, ਘਰ ਵੀ ਕਿਸੇ ਦੇ ਰਹਿੰਦੇ ਨੇ। ਸੋ ਗੱਲ ਕੀ ਚੱਕਮਾ ਚੁੱਲ੍ਹਾ। ਜਦੋਂ ਦਾ ਇਹ ਮੁਲਕ ਆਜ਼ਾਦ ਹੋਇਆ ਅੱਜ ਤੱਕ ਹਲਕੇ ਦਾਖੇ ਦੇ ਵਿੱਚ ਕਿਸੇ ਐਮਐਲਏ ਨੇ ਆਪ ਦਾ ਦਫ਼ਤਰ ਤੱਕ ਨਹੀਂ ਬਣਾਇਆ। ਇੱਕ ਦੁਕਾਨ ਕਿਰਾਏ ਤੇ ਲੈਂਦੇ ਨੇ, ਉਸ ਦਿਨ ਤੱਕ ਹੁੰਦੀ ਹੈ ਜਿੱਦਣ ਤੱਕ ਵੋਟਾਂ ਪੈਣੀਆਂ ਨੇ। ਉਸ ਤੋਂ ਬਾਅਦ ਉੱਥੋਂ ਆਪ ਦਾ ਸਮਾਨ ਚੱਕ ਕੇ ਉਹਨੂੰ ਜਿੰਦਾ ਲਾ ਕੇ ਤੁਰਦੇ ਬਣਦੇ ਆ। ਪਰ ਉਹ ਕਹਿੰਦੇ ਕਿ ਮੈਂ ਪ੍ਰੋਜੈਕਟ ਲੈ ਕੇ ਆਇਆ, ਬੱਸ ਸਟੈਂਡ ਬਣਾਇਆ ਵੱਡਾ ਮੁੱਲਾਂਪੁਰ ਦੇ ਵਿੱਚ। ਦੇਖੋ ਹਰ ਸਰਕਾਰ ਦੀ ਜ਼ਿੰਮੇਵਾਰੀ ਆ। ਇੱਕ ਟਰਮ ਦੇ ਵਿੱਚ ਮੈਂ ਐਮਐਲਏ ਰਿਹਾ 5 ਸਾਲ, 11 ਪ੍ਰੋਜੈਕਟ ਅਸੀਂ ਮੁੱਲਾਂਪੁਰ 'ਚ ਲੈ ਕੇ ਆਏ ਆ, ਜਿਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਲੋੜ ਸੀ ਦਾਣਾ ਮੰਡੀ। 30 ਏਕੜ ਤੋਂ ਵੱਧ ਏਰੀਏ 'ਚ ਆਓ, ਕਰੋੜਾਂ ਰੁਪਏ ਦੀ ਲਾਗਤ ਨਾਲ 23-24 ਕਰੋੜ ਨਾਲ ਬਣੀ ਆਓ। ਜਦੋਂ ਸੀਜ਼ਨ ਆ ਜਾਂਦਾ ਸੀਗਾ ਤਾਂ ਲੋਕਾਂ ਦੇ ਸੜਕਾਂ ਤੇ ਘਰਾਂ ਦੇ ਬਾਹਰ ਫਸਲ ਲੈਂਦੀ ਸੀਗੀ, ਕਿਉਂਕਿ ਕਿਸੇ ਟਾਈਮ ਮੰਡੀ ਛੋਟੀ ਸੀਗੀ। ਹੁਣ ਉਹ 30 ਏਕੜ 'ਚ ਮੰਡੀ ਬਣੀ ਆ। ਫਿਰ ਉੱਥੇ ਮਾਰਕੀਟ ਕਮੇਟੀ ਦਾ ਆਫਿਸ ਸੀਗਾ, ਉੱਥੇ ਬਣਾਇਆ ਪੂਰਾ ਵਧੀਆ। ਫਿਰ ਅੰਬੇਦਕਰ ਭਵਨ ਬਣਿਆ ਮੁੱਲਾਂਪੁਰ ਦੇ ਵਿੱਚ, ਜਿਹੜੀ ਪਿਛਲੇ ਲੰਬੇ ਸਮੇਂ ਤੋਂ ਮੰਗ ਸੀ। ਹਲਕਾ ਰਿਜ਼ਰਵ ਰਿਹਾ, ਕਿਸੇ ਨੇ ਡਾਕਟਰ BR ਅੰਬੇਦਕਰ ਜੀ ਦੇ ਨਾਮ ਦੇ ਕਿਸੇ ਗਲੀ ਦਾ ਨਾਮ ਨਹੀਂ ਰੱਖਿਆ, ਨਾ ਚੌਂਕ ਦਾ। ਉੱਥੇ ਬੁੱਤ ਸਥਾਪਿਤ ਕੀਤਾ ਗਿਆ, ਡਾਕਟਰ ਸਾਹਿਬ ਦੇ ਨਾਮ ਤੇ ਜਗ੍ਹਾ ਦਿੱਤੀ ਗਈ ਤੇ ਡਾਕਟਰ BR ਅੰਬੇਦਕਰ ਭਵਨ ਬਣਾਇਆ ਗਿਆ। ਜਿਹੜੀ ਅੱਜ ਉੱਥੇ ਹਰ ਸਮਾਜਿਕ ਧਾਰਮਿਕ ਕੋਈ ਪ੍ਰੋਗਰਾਮ ਆ ਤੇ ਉੱਥੇ ਲੋਕਾਂ ਨੂੰ ਬਹੁਤ ਵਧੀਆ ਸਹੂਲਤ ਆ। ਨੰਬਰ 3 ਖੇਡ ਪਾਰਕ ਬਣਿਆ ਮੁੱਲਾਂਪੁਰ ਦੇ ਵਿੱਚ, ਜਿਹੜਾ ਇੱਕ ਸ਼ਾਨ ਆ, ਜਿਹਨੂੰ ਹਰ ਇੱਕ ਲੰਘਦਾ ਬੰਦਾ ਦੇਖ ਕੇ ਜਾਂਦਾ। ਇਹ ਤਾਂ ਅਸੀਂ ਕੈਪਟਨ ਸਾਹਿਬ ਜਦੋਂ ਇੱਥੇ ਜਿਮਨੀ ਚੋਣ ਚ ਆਏ ਪੁੱਛਿਆ, ਉਹ ਕਹਿੰਦੇ ਹਾਂ ਖੇਡ ਪਾਰਕਾਂ ਤਾਂ ਬਣਾਈਆਂ, ਛੋਟੀਆਂ ਬਣਾਈਆਂ, ਕਹਿੰਦੇ ਉਹਨਾਂ ਨੇ ਇਹ ਗੱਲ ਕਹੀ। ਮੈਂ ਪੁੱਛਿਆ 6 ਏਕੜ 'ਚ ਬਣੀ ਹੋਈ ਆ ਉਹ ਜੀ, 6 ਏਕੜ 'ਚ ਬਣੀ ਹੋਈ ਆ। ਫਿਰ ਅਗਲਾ ਚੌਥਾ ਪ੍ਰੋਜੈਕਟ, ਜਿਹੜੇ ਹਸਪੀਟਲ ਦੀ ਹਾਲਤ ਐਡੀ ਖਸਤਾ ਸੀਗੀ ਕਿ ਤੁਸੀਂ ਹੈਰਾਨ ਰਹਿ ਜਾਓਗੇ ਦੇਖ ਕੇ, ਉਹ ਬਣਾਇਆ ਚੌਥਾ। ਥਾਣਾ ਮਾਡਲ ਥਾਣੇ ਪੁਰਾਣੀ ਬਿਲਡਿੰਗ ਬਣੀ ਹੋਈ ਸੀ, ਉਹ ਨਵੇਂ ਸਿਰੇ ਬਣਾਈ ਗਈ। ਸਬ ਤਹਿਸੀਲ ਕੰਪਲੈਕਸ, ਇੱਕ ਉੱਪਰ ਬਿਲਡਿੰਗ ਉੱਪਰ ਚੜ੍ਹ ਕੇ ਸੀਗੇ, ਇੱਕ ਕਮਰਾ ਉੱਥੇ ਸੀਗਾ, ਸਬ ਤਹਿਸੀਲ ਕੰਪਲੈਕਸ ਬਣਾਇਆ ਗਿਆ। ਪਸ਼ੂ ਹਸਪਤਾਲ ਦੀ ਉਹ ਹਾਲਾਤ ਸੀਗੇ ਕਿ ਇੱਕ ਸ਼ੈੱਡ ਜਿਹਾ ਬਣਾਇਆ ਹੋਇਆ ਸੀ, ਉਹਦੇ ਵਿੱਚ ਹੀ ਉੱਥੇ ਹੀ ਸਾਰੇ। ਵਾਲੀ ਸਾਹਿਬ ਇਹ ਤਾਂ 2012 ਤੋਂ 17 ਤੱਕ ਵਾਲੇ ਹੋ ਗਏ। ਹਾਂਜੀ ਹਾਂਜੀ। ਜਦੋਂ 2019 ਤੋਂ 22 ਤੱਕ ਕੀ ਕੀਤਾ, ਕਿਉਂਕਿ ਤੁਸੀਂ ਤਾਂ ਵਿਰੋਧੀ ਧਿਰ 'ਚ ਸੀਗੇ, ਤੁਸੀਂ ਕੀ ਕਰ ਸਕਦੇ ਸੀਗੇ? ਨਹੀਂ, ਪਰ ਫਿਰ ਵੀ ਅਸੀਂ ਕਸਰ ਨਹੀਂ ਛੱਡੀ। ਇਸ ਟਾਈਮ ਦੇ ਵਿੱਚ ਜੋ ਵੀ ਕੋਈ ਮੇਰੇ ਕੋਲ ਆਇਆ, ਕੋਈ ਪਿੰਡ ਦੇ ਵਿੱਚ ਕੰਮ ਹੋਣ ਵਾਲਾ ਸੀਗਾ, ਕਿਸੇ ਨੂੰ ਸਪੋਰਟਸ ਦੇ ਲਈ ਲੋੜ ਸੀਗੀ। ਕਰੋਨਾ ਕਾਲ ਦੇ ਵਿੱਚ ਅਸੀਂ ਦੇਖੋ ਰਾਸ਼ਨ ਇਹਨਾਂ ਨੂੰ ਆਇਆ, ਇਹ ਕਿੰਨਾ ਵੰਡਿਆ ਨਹੀਂ ਵੰਡਿਆ, ਅੱਧਾ ਤਾਂ ਖੁਰਦ-ਬੁਰਦ ਕਰ ਗਏ। ਅਸੀਂ ਆਪਣੇ ਕੋਲੋਂ ਜਿੱਥੇ ਵੀ ਲੋੜ ਸੀਗੀ ਆਪਣੇ ਕੋਲੋਂ ਰਾਸ਼ਨ ਵੰਡਿਆ ਸਾਰਾ। ਸਾਡੇ ਵਰਕਰਾਂ ਨੇ ਹਰ ਜਗ੍ਹਾ ਜਿੰਨਾ ਕੁ ਮੈਂ ਆਪਣਾ ਯੋਗਦਾਨ ਪਾਉਂਦਾ ਰਿਹਾ ਵਾ। ਉਸ ਤੋਂ ਬਿਨਾਂ ਸਪੋਰਟਸ ਦੇ ਲਈ ਅਸੀਂ ਹਰ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਜੋ ਸਪੋਰਟਸ ਲਈ ਚਾਹੀਦਾ ਸੀਗਾ ਉਹ ਮੁਹੱਈਆ ਕਰਾਇਆ ਆਪਣੇ ਕੋਲੋਂ। ਫਿਰ ਜਿਹੜੇ ਖੇਡ ਪਾਰਕ ਬਣੇ ਹੋਏ ਨੇ ਉਹਨਾਂ ਦੀ ਸੰਭਾਲ, ਐਡਾ 6-6 ਫੁੱਟ ਵੀ ਘਾਹ ਹੋ ਗਿਆ ਸੀ ਕਈਆਂ ਦੇ ਵਿੱਚ, ਉਹ ਆਪਣੇ ਕੋਲੋਂ ਮੇਰੀ ਆਪਣੀ ਟੀਮ ਜਾਂਦੀ ਸੀ ਸਫਾਈ ਕਰਨ ਦੇ ਲਈ। ਫਿਰ ਕਿਵੇਂ ਮੈਨੇਜ ਕਰਦੇ ਹੋ ਇਹ? ਆਪਣੇ ਕੋਲੋਂ ਕਰ ਰਹੇ ਸਾਰਾ, ਆਪਣੇ ਕੋਲੋਂ ਕਰ ਰਹੇ ਹਾਂ ਸਾਰਾ। ਕੋਈ ਗੱਲ ਨਹੀਂ, ਪ੍ਰਮਾਤਮਾ ਜੇ ਲੋਕਾਂ ਨੇ ਐਡਾ ਸਾਥ ਦਿੱਤਾ। ਕੋਈ ਮੇਰੇ ਕੋਲੇ ਆ ਗਿਆ ਵੀ ਇੱਥੇ ਸਮਰਸੀਬਲ ਹੋਣ ਵਾਲਾ ਵਾ, ਕੋਈ ਸਾਡੇ ਕੋਲ ਆ ਗਿਆ ਸ਼ਮਸ਼ਾਨ ਘਾਟ ਲਈ ਕੋਈ ਲੋੜ ਆ, ਕੋਈ ਆ ਗਿਆ ਵੀ ਧਰਮਸ਼ਾਲਾ ਲਈ ਲੋੜ ਆ, ਕੋਈ ਆ ਗਿਆ ਵੀ ਕੋਈ ਗੁਰੂ ਘਰ ਲਈ ਲੋੜ ਆ ਮਦਦ ਦੀ, ਕੋਈ ਬਿਮਾਰ ਹੋ ਗਿਆ, ਕਿਸੇ ਦੇ ਵਿਆਹ ਸ਼ਾਦੀ ਹੋਵੇ, ਇੱਕ ਬੰਦਾ ਕਹੇ ਵੀ ਅਸੀਂ ਆਏ ਤੇ ਸਾਨੂੰ ਜਵਾਬ ਮਿਲ ਗਿਆ ਹੋਵੇ, ਇੱਕ ਬੰਦਾ ਵੀ। ਪਰਮਾਤਮਾ ਦੀ ਕਿਰਪਾ ਵਾ, ਬੜਾ ਕੁਝ ਬਖਸ਼ਿਆ ਪਰਮਾਤਮਾ ਨੇ। ਜੇ ਲੋਕ ਐਡਾ ਸਾਥ ਦਿੰਦੇ ਆ ਤਾਂ ਅਸੀਂ, ਸਾਡੇ ਕੋਲ ਜੇ ਨਹੀਂ, ਅਸੀਂ ਕਿਸੇ ਨੂੰ ਜਵਾਬ ਨਹੀਂ ਦਿੱਤਾ। ਇਹ ਵਾਲੀ ਸਾਹਿਬ ਪਿਛਲੇ ਸਮੇਂ ਦੇ ਵਿੱਚ ਇੱਕ ਵੱਡੀ ਰੇਡ ਹੁੰਦੀ ਹੈ, 36 ਘੰਟੇ ਤੁਹਾਨੂੰ ਅੰਦਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਹੈਗਾ। ਕੀ ਸੀ ਉਹ? ਕੁਝ ਨਿਕਲਿਆ ਉਸ ਚੋਂ? ਨਹੀਂ, ਉਹ ਚੋਂ ਕੀ ਨਿਕਲਣਾ ਹੁੰਦਾ, ਉਹ ਤਾਂ ਦੇਖੋ ਦੇਖਦੇ ਵੀ ਟੈਕਸ ਅਸੀਂ ਪੂਰਾ ਪੇ ਕਰਦੇ ਹਾਂ ਕਿ ਨਹੀਂ ਕਰਦੇ। ਜਿਹੜੀ ਇਹ ਰੇਡ 99 'ਚ ਵੀ ਸਾਡੇ ਤੇ ਹੋਈ ਸੀਗੀ, ਕਿਉਂਕਿ ਸਾਡੀ ਜਿਹੜੀ ਜ਼ਮੀਨ ਆ ਸਾਰੀ ਸ਼ਹਿਰ ਦੇ ਵਿੱਚ ਆ, ਲੁਧਿਆਣੇ ਸ਼ਹਿਰ ਦੇ ਵਿੱਚ ਆ। ਕਿਸੇ ਟਾਈਮ ਇਹ ਚਲੋ ਇੱਥੇ ਖੇਤੀ ਹੁੰਦੀ ਸੀ, ਉਸ ਤੋਂ ਬਾਅਦ ਸ਼ਹਿਰ ਆ ਗਿਆ ਤੇ ਸਾਡੇ ਕੋਲੇ ਇੱਥੇ ਜ਼ਿਆਦਾ ਜ਼ਮੀਨ ਸੀਗੀ, ਉਹ ਸਾਰੀ ਮਹਿੰਗੀ ਹੋ ਗਈ ਆ। ਤੇ ਉਹਨੂੰ ਅਸੀਂ ਜੇ ਨਹੀਂ ਵੇਚਦੇ ਤਾਂ ਵੀ ਟੈਨਸ਼ਨ ਆ ਕਿ ਜਿਹੜੀ ਅੱਗੇ ਜਿਵੇਂ ਪਹਿਲਾਂ ਜ਼ਮੀਨਾਂ ਅਕਵਾਇਰ ਹੁੰਦੀਆਂ ਸੀਗੀਆਂ 92-3 ਦੇ ਵਿੱਚ ਸਾਹਿਬ ਬੇਅੰਤ ਸਿੰਘ ਦੀ ਗਵਰਨਮੈਂਟ ਸੀ, ਚੰਡੀਗੜ੍ਹ ਰੋਡ ਤੇ ਜ਼ਮੀਨ ਅਕਵਾਇਰ ਹੋਈ, ਜਿੱਥੇ 40 ਲੱਖ ਰੇਟ ਸੀ, 2 ਲੱਖ ਮਿਲਿਆ। ਤੇ ਸਾਡੇ ਵੀ ਮੇਰੇ ਫਾਦਰ ਨੇ ਕਿਹਾ ਵੀ ਆਪਾਂ ਵੀ ਇੱਥੇ ਇੰਨੀ ਇਕੱਠੀ ਜ਼ਮੀਨ ਹੈਗੀ, ਹੌਲੀ ਹੌਲੀ ਵੇਚਣੀ ਸ਼ੁਰੂ ਕਰੀਏ। ਤੇ ਲੇਕਿਨ ਉਹ ਸਾਡੀ ਅਟੈਚਮੈਂਟ ਵੀ ਸੀਗੀ, ਲੇਕਿਨ ਮਜਬੂਰੀ ਵੀ ਸੀਗੀ। ਤੁਸੀਂ ਪਾਕ ਸਾਫ ਹੋ ਕੇ ਨਿਕਲੋਗੇ ਇਸ ਗੱਲ ਤੋਂ ਜਿਹੜੀ ਰੇਡ? ਉਹ ਤਾਂ ਸਾਫ ਚ ਹੈ ਹੀ ਨਹੀਂ ਕੁਝ ਨਹੀਂ। ਅੱਛਾ, ਜਿਸ ਢੰਗ ਦੇ ਨਾਲ ਇਹ ਰੇਡ ਹੋਈ ਤਾਂ ਬਹੁਤ ਸਾਰੇ ਇਹਨਾਂ ਦਿਨਾਂ ਦੇ ਵਿੱਚ ਚਰਚੇ ਇਹ ਚੱਲੇ ਕਿ ਹੁਣ ਮਨਪ੍ਰੀਤ ਸਿੰਘ ਯਾਲੀ ਭਾਜਪਾ 'ਚ ਚਲੇ ਜਾਣਗੇ। ਤੁਹਾਡੇ ਤੱਕ ਪਹੁੰਚ ਹੋਈ, ਤੁਹਾਡੇ ਤੇ ਦਬਾਅ ਬਣਾਇਆ ਗਿਆ, ਕਿਉਂਕਿ ਇਹ ਗੱਲ ਚੱਲੀ ਕਿ ਬਾਂਹ ਮਰੋੜ ਕੇ ਭਾਜਪਾ ਲਿਜਾ ਰਹੀ ਹੈ ਬੰਦਿਆਂ ਨੂੰ। ਦੇਖੋ, ਬਾਂਹ ਮਰੋੜ ਉਹਦੀ ਜਾਂਦੀ ਆ ਜਿਹਦੇ 'ਚ ਕੋਈ ਕਮੀ ਹੋਵੇ। ਜਦੋਂ ਤੁਹਾਡੇ 'ਚ ਕੋਈ ਕਮੀ ਨਹੀਂ, ਨਾ ਤੁਹਾਨੂੰ ਕੋਈ ਡਰ ਆ, ਨਾ ਤੁਹਾਨੂੰ ਕੋਈ ਲਾਲਚ ਆ, ਦੋ ਹੀ ਗੱਲਾਂ ਨੇ। ਨਹੀਂ, ਚਰਚਾ ਕਿਉਂ ਚੱਲੀ? ਚਰਚਾ ਉਹ ਰੂਟੀਨ ਚੱਲ ਰਿਹਾ ਸੀਗਾ, ਮਾਹੌਲ ਪੰਜਾਬ ਦਾ, ਕਈ ਲੀਡਰ ਜੁਆਇਨ ਹੋਏ,
ਇਨਕਮ ਟੈਕਸ ਦੀ ਰੇਟ ਹੋ ਸਕਦਾ ਉਹਦੇ ਪਿੱਛੇ ਕੋਈ ਪੋਲੀਟੀਕਲ ਕਾਰਨ ਰਿਹਾ ਹੋਵੇ। ਨਹੀਂ ਤੁਹਾਡੇ ਤੱਕ ਪਹੁੰਚ ਹੋਈ ਭਾਜਪਾ ਨਹੀਂ, ਵਾਲੇ ਪਹੁੰਚ ਜ਼ਰੂਰ ਕੀਤੀ ਆ, ਪਹੁੰਚ ਕੀਤੀ ਆ, ਲੇਕਿਨ ਸੋਚਿਆ ਵੀ ਨਹੀਂ ਜਾ ਸਕਦਾ। ਪਤਾ ਕੀ ਹੈ ਜੀ, ਗੱਲ ਕਿਸੇ ਅਹੁਦੇ ਮਗਰ ਭੱਜਣ ਦੀ ਨਹੀਂ। ਕਿਤੇ ਆਇਆ ਤਾਂ ਨਹੀਂ ਸੁਖਬੀਰ ਸਿੰਘ ਬਾਦਲ ਦਾ ਫੋਨ ਵੀ ਆਲੀ ਸਾਹਿਬ ਇਹ ਪਤਾ ਲੱਗ ਰਿਹਾ? ਉਹਨਾਂ ਹੀ ਨਹੀਂ ਜੀ, ਉਹਨਾਂ ਦਾ ਵੀ ਚਲੋ ਉਹ ਤਾਂ ਇੱਕ ਪਰਿਵਾਰ ਆ ਨਾ ਜੀ। ਇੱਕ ਤੁਸੀਂ ਗੱਲ ਮੈਂ ਦੇਖਦਾ ਵੀ ਸਭ ਤੋਂ ਵੱਡੀ ਗੱਲ ਹੁੰਦੀ ਆ, ਅਸੀਂ 3 ਗੱਲਾਂ ਤੇ ਪਹਿਰਾ ਦਿੱਤਾ ਉਹਦੀ ਲਾਈਫ ਦੇ ਵਿੱਚ, ਇੱਥੇ ਤੱਕ ਪਹੁੰਚੇ ਆ। ਉਹਦੇ ਵਿੱਚ ਆ ਸੱਚਾਈ, ਇਮਾਨਦਾਰੀ ਤੇ ਸਖਤ ਮਿਹਨਤ। ਇਹ 3 ਗੱਲਾਂ 'ਚ ਕਦੇ ਕੰਪਰੋਮਾਈਜ਼ ਨਹੀਂ ਕੀਤਾ ਗਿਆ। ਜਿਹੋ ਜਿਹਾ ਵੀ ਸਮਾਂ ਰਿਹਾ, ਚਾਹੇ ਮਿਹਨਤ ਦੇ ਵਿੱਚ ਚੰਗਾ ਵੀ ਸਮਾਂ ਰਿਹਾ, ਮਾੜਾ ਵੀ ਰਿਹਾ, ਚਾਹੇ ਬਚਪਨ ਤੋਂ ਲੈ ਕੇ ਅੱਜ ਤੱਕ, ਚਾਹੇ ਪੜ੍ਹਦੇ ਰਹੇ ਆ, ਚਾਹੇ ਖੇਡਦੇ ਰਹੇ ਆ, ਚਾਹੇ ਆਪਣੇ ਖੇਤੀ ਕਰਦੇ ਰਹੇ ਆ, ਚਾਹੇ ਬਿਜ਼ਨਸ ਕਰਦੇ ਰਹੇ ਆ, ਚਾਹੇ ਰਾਜਨੀਤੀ ਦੇ ਵਿੱਚ ਆ, ਪਰ ਉਹਦੇ ਵਿੱਚ ਕਦੇ ਇਹ ਨਹੀਂ ਦੇਖਿਆ ਵੀ ਅੱਜ ਜੀ ਆਰਾਮ ਕਰ ਰਹੇ ਆ। ਠੀਕ ਹੈ, ਚਰਚਾ ਤਾਂ ਇਹ ਵੀ ਹੈ ਵੀ ਕਾਂਗਰਸ ਵਾਲਿਆਂ ਦਾ ਵੀ ਫੋਨ ਆਏ ਨੇ। ਇਹ ਸਾਰੇ ਦੇਖੋ ਅਪਰੋਚ ਹਰ ਬੰਦਾ ਕਰਦਾ, ਅਗਲਾ ਕਹਿੰਦਾ ਪਤਾ ਆਲੀ ਨਹੀਂ ਸਾਹਿਬ ਸਾਡੇ ਵੱਲ ਆ ਜਾਓ, ਜੋ ਮੰਗੋਗੇ ਦੇ ਦਾਂਗੇ। ਨਹੀਂ, ਉਹ ਤਾਂ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਨੇ। ਸਾਰੀਆਂ ਪਾਰਟੀਆਂ ਅਪਰੋਚ ਕਰਦੀਆਂ ਹੀ ਨੇ। ਇਸ ਵਾਰ ਜੋ ਚੱਲਿਆ ਪਤਾ ਨਹੀਂ ਕਿਹਨੇ ਕਿੱਧਰ ਨੂੰ ਜੋ ਹੋ ਰਿਹਾ ਨਾ, ਉਹ ਫਿਰ ਅਗਲਾ ਦਾ ਪਤਾ ਨਹੀਂ ਸਾਰੇ ਪਤਾ ਨਹੀਂ ਹਿੱਲਣ ਵਾਲੀ ਆ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਕੱਲ ਕੋਈ ਕਈ ਨੇ ਤਾਂ 2-2 3 ਵਾਰ ਪਾਰਟੀ ਬਦਲੀ ਹਫ਼ਤੇ 10 ਦਿਨ ਦੇ ਵਿੱਚ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਚਲੇ ਗਏ, ਆ ਗਏ ਵੀ ਤਾਂ ਉਸ ਤੋਂ ਅਗਲੀ 'ਚ ਵੀ ਚਲੇ ਗਏ। ਕਈ ਪਹਿਲਾਂ ਕਾਂਗਰਸ ਚਲੇ ਗਏ, ਫਿਰ ਭਾਜਪਾ ਚਲੇ ਗਏ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਕਈ ਵਾਰ ਹੁੰਦਾ ਵੀ ਪਤਾ ਨਹੀਂ, ਹਰ ਬੰਦਾ ਹੀ ਪਤਾ ਨਹੀਂ ਵੀ ਹਿੱਲਣ ਵਾਲਾ ਵਾ। ਨਹੀਂ ਕਿਤੇ 1-2% ਆਇਆ ਦਿਮਾਗ ਦੇ ਵਿੱਚ? ਨਹੀਂ, ਸੋਚਿਆ ਵੀ ਨਹੀਂ ਜਾ ਸਕਦਾ, ਕਦੇ ਸੋਚਿਆ ਵੀ ਨਹੀਂ ਜਾ ਸਕਦਾ। ਠੀਕ ਆ, ਸਾਡੀ ਜਿਹੜੀ ਅਕਾਲੀ ਦਲ ਪਾਰਟੀ ਆ, ਇਹ ਸਾਡੀ ਮਾਂ ਪਾਰਟੀ ਆ। ਸਾਡੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਨੇ। ਇਸ ਪਾਰਟੀ ਨੇ ਬੜਾ ਸੰਘਰਸ਼ ਕੀਤਾ, ਬੜੇ ਮੋਰਚੇ ਲਾਏ ਆ, ਬੜਾ ਗੌਰਮਈ ਇਤਿਹਾਸ ਹੈ ਇਸ ਪਾਰਟੀ ਦਾ। ਮੋਰਚੇ ਤੋਂ ਜ਼ਿਆਦਾ ਹੈ ਕਿ ਕਿਸਾਨਾਂ ਨੇ ਮੋਰਚਾ ਲਾਇਆ ਤਾਂ ਭਾਜਪਾ ਦਾ ਅਕਾਲੀ ਦਲ ਨਾਲ ਅਲਾਇੰਸ ਸੀਗਾ। ਖੇਤੀ ਕਾਨੂੰਨਾਂ ਦੀ ਗੱਲ ਚੱਲ ਰਹੀ ਸੀਗੀ ਤਾਂ ਆਲੀ ਸਾਹਿਬ ਦਾ ਬਿਆਨ ਆ ਜਾਂਦਾ ਕਿ ਸਾਨੂੰ ਖੇਤੀ ਕਾਨੂੰਨਾਂ ਦੇ ਖਿਲਾਫ, ਆਰਡੀਨੈਂਸਾਂ ਦੇ ਖਿਲਾਫ ਜਾਣਾ ਚਾਹੀਦਾ। ਇਹ ਵੀ ਆ ਜਾਂਦਾ ਹੈ ਕਿ ਭਾਜਪਾ ਨਾਲ ਅਲਾਇੰਸ ਤੋੜ ਲਿਆ ਜਾਂਦਾ, ਪਰ ਉਸ ਵੇਲੇ ਪਾਰਟੀ ਹਜੇ ਫੈਸਲਾ ਨਹੀਂ ਲੈ ਰਹੀ ਹੁੰਦੀ। ਦੇਖੋ ਇਹਦੇ 'ਚ ਕੀ ਆ ਵੀ ਅਸੀਂ ਗਰਾਊਂਡ ਨਾਲ ਜੁੜੇ ਹੋਏ ਆ ਨਾ। ਮੈਂ ਪਿੰਡ 'ਚ ਰਹਿ ਰਿਹਾ, ਪਿੰਡ ਦੀ ਪੋਲਿਟਿਕਸ ਤੋਂ ਸ਼ੁਰੂ ਹੋਏ ਆ, ਤੇ ਖੇਤੀ ਆ ਜਿਹੜੀ ਉਹ ਸਾਡੇ ਜਿਵੇਂ ਕਹੀਏ ਵੀ ਦਿਲੋਂ ਅਟੈਚ ਆ ਖੇਤੀ ਨਾਲ ਨਾ, ਕਿਉਂਕਿ ਸਾਰਾ ਕੁਝ ਨਿਕਲਿਆ ਇੱਥੋਂ ਹੋਇਆ। ਬਚਪਨ ਤੋਂ ਲੈ ਕੇ ਖੇਤ 'ਚ ਘਰ ਸੀਗਾ, ਜੁੜੇ ਰਹੇ ਆ ਛੋਟੀ ਉਮਰ ਤੋਂ ਲੈ ਕੇ। ਸੋ ਬੜੀ ਅਟੈਚਮੈਂਟ ਰਹੀ ਆ ਖੇਤੀ ਦੇ ਨਾਲ। ਸੋ ਜਦੋਂ ਇਹ ਆਏ ਆਰਡੀਨੈਂਸ, ਤਾਂ ਉਦੋਂ ਸਾਡੇ ਮਨ 'ਚ ਇਹ ਬਿਲਕੁਲ ਸਹੀ ਇਹ ਗੱਲ ਸੀ। ਉਦੋਂ ਬੀਜੇਪੀ ਨਾਲ ਅਲਾਇੰਸ ਸੀਗਾ, ਤੇ ਉਸ ਸਮੇਂ ਪਹਿਲੇ ਦਿਨ ਹੀ, ਜਿਸ ਦਿਨ ਆਉਣ ਤੋਂ ਦੂਜੇ ਦਿਨ ਹੀ ਕੁਝ ਜਥੇਬੰਦੀਆਂ ਨੇ ਸਾਡੇ ਦਫ਼ਤਰ ਦਾ ਰੱਖਿਆ ਘਰਾਓ ਦਾ। ਮੈਂ ਉਸ ਦਿਨ ਜਾਣ ਕੇ ਉੱਥੇ ਗਿਆ, ਤੇ ਵੀ ਮੈਂ ਉੱਥੇ ਹਾਜ਼ਰ ਸੀਗਾ। ਤੇ ਮੈਨੂੰ ਕਿਹਾ ਦੱਸੋ, ਮੈਂ ਕਿਹਾ ਜੀ ਤਾਂ ਆਪ ਬਿਲਕੁਲ ਇਹਦੇ ਅਗੇਂਸਟ ਆ। ਕਹਿੰਦਾ ਤੁਹਾਡਾ ਅਲਾਇੰਸ ਆ। ਮੈਂ ਕਿਹਾ ਮੈਂ ਉੱਥੇ ਸਟੇਟਮੈਂਟ ਦਿੱਤੀ ਵੀ ਪਾਰਟੀ ਨੂੰ ਅਲਾਇੰਸ ਤੋੜ ਦੇਣਾ ਚਾਹੀਦਾ, ਅਤੇ ਹਰਸਿਮਰਤ ਕੌਰ ਬਾਦਲ ਜੀ ਨੂੰ ਉਥੋਂ ਕੇਂਦਰੀ ਬਾਜ਼ਾਰ ਤੋਂ ਅਸਤੀਫਾ ਦੇ ਦੇਣਾ। ਨਹੀਂ ਕਿ ਇਨਡਿਸਪਲਿਨ ਸੀਗਾ, ਪਾਰਟੀ ਲਾਈਨ ਤੋਂ ਵੱਖਰੀ ਸੀਗੀ। ਤੁਹਾਨੂੰ ਸ਼ਾਇਦ ਇਸ ਗੱਲ ਨੂੰ ਲੈ ਕੇ ਤੁਹਾਡੇ ਜਿਹੜੇ ਹਾਈ ਕਮਾਂਡ ਹੈ ਨਾਰਾਜ਼ ਵੀ ਹੋਈ ਤੁਹਾਡੇ ਨਾਲ? ਨਹੀਂ, ਦੇਖੋ ਉਹਦੇ ਵਿੱਚ ਮੈਂ ਤਾਂ ਇਹ ਵੀ ਕਹਿਤਾ ਸੀ ਵੀ ਅਲਾਇੰਸ ਨਹੀਂ ਟੁੱਟੂਗਾ ਤਾਂ ਮੈਂ ਪਾਰਟੀ ਤੋਂ ਰਿਜ਼ਾਈਨ ਕਰ ਦੂੰਗਾ। ਜਾਣਾ ਕਿਸੇ ਪਾਸੇ ਨਹੀਂ, ਵੀ ਘਰ ਬਹਿ ਕੇ ਖੇਤੀ ਕਰਾਂਗੇ। ਇਹ ਹੋ ਗਈ ਸੀ ਗੱਲ ਬਿਲਕੁਲ। ਤੇ ਇਹ ਗੱਲ ਮੈਨੂੰ ਮਜੀਠੀਆ ਸਾਹਿਬ ਫੋਨ ਆਇਆ, ਇਹ 'ਚ ਕੋਈ ਸ਼ੱਕ ਹੀ ਨਹੀਂ। ਦੇਖੋ ਸਾਡਾ ਵੀ ਮਨ ਸੀਗਾ ਕਿ ਅਸੀਂ ਵੀ ਸਾਰਾ ਕੁਝ ਛੱਡ ਕੇ ਦਿੱਲੀ ਬਾਰਡਰ ਤੇ ਬੈਠੀਏ ਜਾ ਕੇ। ਠੀਕ ਨਹੀਂ ਗੱਲ? ਠੀਕ ਹੈ, ਮੇਰਾ ਬ੍ਰਦਰ ਗਿਆ, ਕਿਉਂਕਿ ਉਹਨਾਂ ਨੇ ਕਿਹਾ ਵੀ ਪੋਲੀਟੀਕਲ ਬੰਦਾ ਕੋਈ ਨਹੀਂ ਆ ਸਕਦਾ। ਤੇ ਜਦੋਂ ਪਾਰਟੀ ਨੇ ਫੈਸਲਾ ਹੀ ਲੈ ਲਿਆ, ਅਲਾਇੰਸ ਤੋੜ ਦਿੱਤਾ, ਬਾਜ਼ਾਰ ਛੱਡ ਦੀ, ਗੱਲ ਹੀ ਖਤਮ ਹੋ ਗਈ। ਫਿਰ ਸਾਡਾ ਤਾਂ ਪਿੱਛੇ ਅਸੀਂ ਫਿਰ ਡਿਸਪਲਿਨ ਜਦੋਂ ਜੇ ਤਾਂ ਨਾ ਕਰਦੇ, ਫਿਰ ਅਸੀਂ ਸੋਚਦੇ। ਤੁਸੀਂ ਸਪੋਰਟ ਵੀ ਕੀਤੀ ਅੰਦੋਲਨ ਦੀ? ਬਿਲਕੁਲ, ਦਿਲੋਂ। ਬਹੁਤ ਜਗ੍ਹਾ ਜੀ ਗਈ ਵੀ, ਕਈ ਵਾਰ ਜਿਹੜੀ ਗੁਪਤ ਸਪੋਰਟ ਵੀ ਕੀਤੀ ਆ, ਜਿੰਨੀ ਵੀ ਹੋ ਸਕਿਆ। ਜਿਹੜੇ ਬੰਦੇ ਤੇ ਜਿਹੜੀ ਓਪਨਲੀ ਹਰ ਤਰ੍ਹਾਂ ਨਾਲ ਕੀਤੀ ਆ, ਠੀਕ ਨਹੀਂ ਗੱਲ? ਤੇ ਜਿਹੜੀ ਓਪਨਲੀ ਕੀਤੀ ਉਹ ਕੀਤੀ ਆ, ਲੇਕਿਨ ਗੁਪਤ ਵੀ ਬਹੁਤ ਕੀਤੀ ਆ, ਦਿਲੋਂ ਕੀਤੀ ਆ। ਹੁਣ ਜਦੋਂ ਦੇਖੋ ਕਿਸਾਨਾਂ ਨੇ, ਜਿੰਨੇ ਸਾਡੇ ਕਿਸਾਨਾਂ ਦੀ ਡੈਥ ਹੋਈ, ਉਹਨਾਂ ਦੀ ਆਰਥਿਕ ਮਦਦ ਕੀਤੀ ਆ। ਕੋਈ ਬਿਮਾਰ ਹੋਇਆ, ਉਹਨਾਂ ਦੀ ਇਲਾਜ ਤੱਕ ਕਰਵਾਇਆ। ਸੋ ਕਹਿਣ ਤੋਂ ਭਾਵ ਕਿ ਜਦੋਂ ਦਿਲੋਂ ਜੁੜੇ ਹੋਏ ਆ ਇਸ ਕੰਮ ਨਾਲ ਨਾ, ਦੇਖੋ ਮੇਰੇ ਲਈ ਕਿਸਾਨੀ ਸਭ ਤੋਂ ਪਹਿਲੋਂ ਆ, ਕਿਉਂਕਿ ਸਾਡੀ ਜਿਹੜੀ ਆਰਥਿਕ ਹੋਂਦ ਆ ਪਰਿਵਾਰ ਦੀ, ਉਹ ਕਿਸਾਨੀ ਕਰਕੇ ਆ। ਫਿਰ ਦੂਸਰੀ ਆ ਗਈ ਰਾਜਨੀਤੀ, ਜਿਹੜੀ ਸਾਡੀ ਰਾਜਨੀਤਿਕ ਹੋਂਦ ਆ ਪਰਿਵਾਰ ਦੀ, ਮੇਰੀ ਹੈਗੀ ਆ, ਉਹ ਅਕਾਲੀ ਦਲ ਕਰਕੇ ਆ। ਠੀਕ ਆ, ਕਿਤੇ ਨਾ ਕਿਤੇ ਇੱਕ ਨੰਬਰ ਤੇ ਕਿਸਾਨੀ ਜ਼ਰੂਰ ਹੈਗੀ ਆ। ਅੱਛਾ, ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਸੀਗਾ ਕਿ ਹੁਣ ਕਿਸਾਨਾਂ ਨੇ ਸੰਯੁਕਤ ਸਮਾਜ ਮੋਰਚਾ ਬਣਾ ਲਿਆ, ਉਹ ਵੀ ਆਪਣੇ ਪਾਰਟੀ ਕੈਂਡੀਡੇਟ ਦੇ ਰਹੇ ਨੇ। ਤੁਸੀਂ ਕਹਿੰਦੇ ਹੋ ਅਸੀਂ ਵੀ ਕਿਸਾਨਾਂ ਨਾਲ ਜੁੜੇ ਹੋਏ ਹਾਂ, ਤਾਂ ਕਿਤੇ ਜਿਹੜਾ ਵੋਟ ਬੈਂਕ ਹੈ ਕਿਸਾਨਾਂ ਦਾ, ਉਹ ਖੋਰਾ ਤੁਹਾਨੂੰ ਲੱਗ ਸਕਦਾ, ਅਕਾਲੀ ਦਲ ਨੂੰ ਲੱਗ ਸਕਦਾ? ਦੇਖੋ, ਜੇ ਤਾਂ ਜਿਹੜਾ ਸੰਯੁਕਤ ਮੋਰਚਾ, ਕਿਸਾਨ ਮੋਰਚਾ ਜਿਹੜਾ ਸੰਘਰਸ਼ ਕਰ ਰਿਹਾ ਸੀ, ਜੋ ਇਕਜੁੱਟ ਹੋ ਕੇ ਚੋਣ ਲੜਦਾ, ਤਾਂ ਉਹਦੇ ਰਿਜ਼ਲਟ ਹੋਰ ਹੋਣੇ ਸੀਗੇ। ਲੇਕਿਨ ਹੁਣ ਦੇਖੋ ਜਿਹੜੀਆਂ ਜਥੇਬੰਦੀਆਂ ਜਿਨ੍ਹਾਂ ਦਾ ਆਧਾਰ ਹੈ ਲੋਕਾਂ ਦੇ ਵਿੱਚ, ਉਹ ਤਾਂ ਇਸ ਤੋਂ ਦੂਰ ਹੋ ਗਈਆਂ ਨੇ। ਹੁਣ ਤਾਂ ਜਿਨ੍ਹਾਂ ਨੂੰ ਇਹ ਆ ਵੀ ਚਾਹੇ ਰਾਜਨੀਤੀ ਦੀ ਲਾ ਲਓ ਵੀ ਉਹ ਚਾਹੁੰਦੇ ਆ ਵੀ ਕੁਛ ਨਾ ਅਹੁਦੇ ਚਾਹੁੰਦੇ ਆ, ਉਹ ਲੋਕ ਰਹਿ ਗਏ ਨੇ। ਲੇਕਿਨ ਜਿਹੜੀਆਂ ਚੰਗੀਆਂ ਜਥੇਬੰਦੀਆਂ ਨੇ ਤਕਰੀਬਨ ਉਹ ਸਾਰੀਆਂ
ਇਹ ਜੋ ਪਿੱਛੇ ਹਟ ਗਈਆਂ ਨੇ। ਹਾਂ, ਜੇ ਇਕੱਠੇ ਹੋ ਕੇ ਲੜਦੇ ਫਿਰ ਕੋਈ ਮਾਹੌਲ ਹੋਰ ਹੁੰਦਾ, ਫਿਰ ਉੱਤੇ ਵਿਚਾਰਨਾ ਵੀ ਬਣਦਾ ਸੀਗਾ ਸਾਰਾ ਕੁਝ। ਅੱਛਾ, ਜਦੋਂ 2017 ਸੀਗੀ ਤਾਂ ਬਹੁਤ ਵੱਡਾ ਮੁੱਦਾ ਸੀਗਾ, ਡਰੱਗਸ ਦਾ ਮੁੱਦਾ ਸੀਗਾ, ਐਲੀਗੇਸ਼ਨ ਤੁਹਾਡੇ ਤੇ ਵੀ ਲੱਗਦੇ ਰਹੇ ਤੇ ਨਾਲ ਹੀ ਬੇਅਦਬੀਆਂ ਦਾ ਬਹੁਤ ਵੱਡਾ ਮੁੱਦਾ ਸੀਗਾ। ਦੋਨੇ ਮੁੱਦਿਆਂ ਨੂੰ ਹੁਣ ਇਸ ਇਲੈਕਸ਼ਨ 'ਚ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਘਟਨਾਵਾਂ ਜਿਹੜੀ ਇੱਕ ਤਾਂ ਮਸਲਾ ਸੀਗਾ ਜਿਹੜਾ ਬੇਅਦਬੀ ਦਾ, ਉਹ ਘਟਨਾਵਾਂ ਵਾਪਰੀਆਂ ਸਰਕਾਰ ਸੀਗੀ ਤੇ ਉਹਦੇ ਵਿੱਚ ਜੇ ਕਿਤੇ ਲਾ ਲਓ ਕੋਈ ਮੈਂ ਕਹਿੰਦਾ ਅਸੀਂ ਉਹਨੂੰ ਦੋਸ਼ੀ ਨਹੀਂ ਫੜ ਸਕੇ ਜਾਂ ਅਣਗਹਿਲੀ ਰਹੀ ਕਿਤੇ ਨਾ ਕਿਸੇ ਪਾਰਟ ਤੇ ਉਹਦਾ ਖਮਿਆਜਾ ਅਸੀਂ ਭੁਗਤਿਆ ਵਾ। ਉਸ ਗੱਲ ਤੇ ਲੋਕ ਆਪ ਨੇ ਨਾਰਾਜ਼ ਹੁੰਦੇ ਨੇ, ਨਾਰਾਜ਼ਗੀ ਹੁੰਦੀ ਆ ਵੀ ਇਹ ਸਾਡੀ ਪੰਥਕ ਸਰਕਾਰ ਸੀ ਤਾਂ ਇਹ ਜੀ ਗੱਲ ਕਿਉਂ ਹੋਈ, ਆਪਣੇ ਨਾਲ ਗੁੱਸਾ ਹੁੰਦਾ। ਠੀਕ ਆ, ਉਸ ਸਮੇਂ ਦੇ ਨਾਲ ਹੌਲੀ ਹੌਲੀ ਉਸ ਦਾ ਲੋਕਾਂ ਨੂੰ ਕਲੀਅਰ ਹੋ ਰਿਹਾ ਵੀ ਠੀਕ ਆ, ਕੋਈ ਜਾਣ ਬੁੱਝ ਕੇ ਕੁਝ ਨਹੀਂ ਸੀਗਾ, ਕੋਈ ਅਣਗਹਿਲੀ ਹੋ ਸਕਦੀ ਆ। ਨਸ਼ੇ ਦਾ ਮੁੱਦਾ ਆਇਆ, ਉਹਦੇ ਵਿੱਚ ਵੀ ਅਸੀਂ ਸਰਕਾਰ ਦੇ ਵਿੱਚ ਸੀਗੇ, ਜਿਹੜੇ ਸਾਡੇ ਵਿਰੋਧੀ ਸੀਗੇ ਉਹਨਾਂ ਨੂੰ ਭੰਡੀ ਪ੍ਰਚਾਰ ਕਰਨ ਲਈ ਇੱਕ ਬਹੁਤ ਵੱਡਾ ਇੱਕ ਮੌਕਾ ਸੀਗਾ। ਉਹਦੇ ਵਿੱਚ ਫਿਰ ਹੋ ਜਾਂਦਾ ਵੀ ਸ਼ਾਇਦ ਪਤਾ ਨਹੀਂ ਸੱਤਾ ਦੇ ਵਿੱਚ ਆ ਵੀ ਇਹਨਾਂ ਲੋਕਾਂ ਦੀ ਕਿਤੇ ਕੋਈ ਇਨਵੋਲਵਮੈਂਟ ਹੋ ਸਕਦੀ ਆ, ਲੇਕਿਨ ਜਦੋਂ ਸੱਤਾ ਤੋਂ ਬਾਹਰ ਹੋ ਜਾਂਦੇ ਹੋ ਫਿਰ ਉਹ ਗੱਲਾਂ ਸਾਰੀਆਂ ਕਲੀਅਰ ਹੋ ਜਾਂਦੀਆਂ ਨੇ ਵੀ ਕਿਤੇ ਵੀ ਅਸੀਂ ਜਿਵੇਂ ਖੁੱਲ੍ਹ ਕੇ ਕਹਿੰਦੇ ਸੀ ਵੀ ਕੋਈ ਸਾਬਤ ਕਰੋ, ਕੋਈ ਵਰਕਰ ਸਾਬਤ ਕਰੋ, ਕੋਈ ਸਾਡਾ ਲੀਡਰ ਸਾਬਤ ਕਰੋ ਜਿਹੜਾ ਇਸ ਗੱਲ 'ਚ ਹੈਗਾ ਇਨਵੋਲਵ, ਕੋਈ ਸਾਨੂੰ ਵੀ ਪਤਾ ਲੱਗੇ। ਝੂਠ ਤੇ ਹਾਂ, ਦੇਖੋ ਹਜੇ ਤੱਕ ਤਾਂ ਝੂਠ ਹੀ, ਹਜੇ ਤੱਕ ਸਾਹਮਣੇ ਕੋਈ ਸੱਚਾਈ ਤਾਂ ਆਵੇ ਨਾ। ਜੇ ਕੋਈ ਸੱਚਾਈ ਆਵੇ ਤਾਂ ਹੀ ਆ। ਹੁਣ ਅਸੀਂ ਤਾਂ ਸਰਕਾਰ ਦੇ ਖਿਲਾਫ ਚੋਣ ਵੀ ਲੜੀ ਆ, ਅਸੀਂ ਤਾਂ ਉਦੋਂ ਵੀ ਰੌਲਾ ਪਾਉਂਦੇ ਰਹੇ ਵੀ ਤੁਹਾਡਾ ਸਿਸਟਮ ਤੁਹਾਡਾ ਵੀ ਕੁਛ ਪਤਾ ਕੀ ਹੈ ਜੀ, ਕੁਛ ਅਸੀਂ ਜੇ ਰਾਜਨੀਤੀ 'ਚ ਆਏ ਹੋਏ ਹਾਂ ਕਾਹਦੇ ਲਈ ਆਏ ਹਾਂ? ਆਪਣੇ ਮਾਨ ਸਨਮਾਨ 'ਚ ਵਾਧਾ ਕਰਨ ਲਈ, ਪਰਿਵਾਰ ਦਾ ਤੇ ਆਪਣਾ ਨੇ, ਹੋਰ ਕੀ ਏਜੰਡਾ ਵਾ? ਐਲੀਗੇਸ਼ਨ ਲਾਇਆ ਜਾਂਦਾ ਹੈ ਕਿ ਜਿਹੜੀਆਂ ਕੋਠੀਆਂ, ਵੱਡੇ ਵੱਡੀਆਂ ਕਾਰਾਂ, ਵੱਡੀ ਜਿਹੜੀ ਇਹ ਇੰਨੇ 100 200 300 ਏਕੜ ਜ਼ਮੀਨ ਇਹ ਪੋਲਿਟਿਕਸ 'ਚੋਂ ਬਣਾ ਲਈ ਜਾਂਦੀ। ਇਹ ਤਾਂ ਪੋਲਿਟਿਕਸ ਆਉਣ ਤੋਂ ਪਹਿਲਾਂ ਹੁੰਦੀਆਂ ਨੇ ਸਾਰੀਆਂ, ਇਹ ਤਾਂ ਸਾਰੀਆਂ ਤਕਰੀਬ ਕੋਈ ਵੀ ਜਾਇਦਾਦ ਹੁਣ ਲਵਾਂਗੇ ਤਾਂ ਵੱਖਰੀ ਗੱਲ ਆ। ਜਦੋਂ ਹੁਣ ਉਹਨੂੰ ਅੱਗੇ ਅਸੀਂ ਨਵੀਂ ਜ਼ਮੀਨ ਜਿਹੜੀ ਪੁਰਾਣੀ ਲਈ ਹੋਈ ਸੀ ਉਹਨੂੰ ਅਸੀਂ ਡਿਵੈਲਪ ਕਰ ਰਹੇ ਹਾਂ, ਆਪਣੀ ਜ਼ਮੀਨ ਨੂੰ ਜਿਹੜੀ ਅਸੀਂ ਰਾਜਨੀਤੀ 'ਚ ਆਉਣ ਤੋਂ ਪਹਿਲਾਂ ਲਈ ਹੋਈ ਸੀਗੀ। ਸੋ ਮੈਂ ਤਾਂ ਰਜਿਸਟਰੀਆਂ ਦਿਖਾਤੀਆਂ ਸਾਰੀਆਂ ਵੀ ਚੈੱਕ ਕਰ ਲਓ, ਪੜ੍ਹ ਲਓ, ਜਿਹੜੇ ਫਾਰਮ ਨੇ ਵੀ ਉਹ ਕਦੋਂ ਦੇ ਖਰੀਦੇ ਹੋਏ ਨੇ। ਸੋ ਕਹਿਣ ਦਾ ਮਤਲਬ ਵੀ ਉਹ ਤਾਂ ਦੇਖੋ ਅਸੀਂ ਰਾਜਨੀਤੀ ਦੇ ਵਿੱਚ ਤਾਂ ਸਾਡਾ ਉਹਦੇ ਕੋਲੋਂ ਖਰਚਣ ਵਾਲੇ ਆ। ਠੀਕ ਹੈ, ਕਿਸੇ ਨੂੰ ਫੰਡ ਨਹੀਂ, ਕੋਈ ਗਲਤ ਕੰਮ ਨਹੀਂ, ਕੋਈ ਫਾਇਦਾ ਨਹੀਂ, ਨਾ ਲਿਆ ਨਾ ਲੈਣਾ। ਅੱਛਾ, ਡਰੱਗ ਮਾਮਲੇ ਦੀ ਅਸੀਂ ਗੱਲ ਕਰ ਰਹੇ ਸੀ। ਬਿਕਰਮ ਸਿੰਘ ਮਜੀਠੀਆ ਵੱਡੇ ਆਗੂ ਨੇ, ਸਾਬਕਾ ਮੰਤਰੀ ਨੇ, ਤਾਂ ਉਹਨਾਂ ਤੇ FIR ਦਰਜ ਕਰ ਲਈ ਜਾਂਦੀ ਆ ਹੁਣੇ ਆ ਬਿਲਕੁਲ ਲੇਟੈਸਟ ਨਾਲ ਹੀ ਜਦੋਂ 2022 ਦੀ ਇਲੈਕਸ਼ਨ ਹੋ ਰਹੀ ਹੈ। ਦੇਖੋ, ਉਹਨਾਂ ਨੂੰ ਇਹ ਸੀ ਵੀ ਇੰਨਾ ਰੌਲਾ ਪਾਇਆ ਸੀ, ਪਹਿਲੋਂ ਵੀ ਪਾਇਆ 5 ਸਾਲ ਅਕਾਲੀ ਸਰਕਾਰ 'ਚ ਵੀ, ਹੁਣ ਵੀ ਪਾਉਂਦੇ ਰਹੇ ਆ ਵੀ ਅਸੀਂ ਕੱਲ੍ਹ ਨੂੰ ਲੋਕਾਂ ਕੋਲ ਜਾਣਾ ਕਿੱਦਾਂ ਵਾ। ਸੋ ਇਸ ਲਈ ਇਹਨਾਂ ਨੇ ਕਿੰਨੇ ਅਫਸਰਾਂ ਨੇ ਲੱਤ ਨਹੀਂ ਲਾਈ, ਕਿਉਂਕਿ ਜੋ ਸੱਚਾਈ ਹੁੰਦੀ ਉਹ ਤਾਂ 1 ਮਿੰਟ 'ਚ ਪਰਚਾ ਹੋ ਜਾਣਾ ਹੁੰਦਾ। ਜਦੋਂ ਤੁਸੀਂ ਪੋਲੀਟੀਕਲੀ ਕਿਸੇ ਨਾਲ ਵੈਂਡਾਟਾ ਕਰਨਾ, ਧੱਕਾ ਕਰਨਾ, ਫਿਰ ਉਹਦੇ ਵਿੱਚ ਤੁਹਾਨੂੰ ਦਿੱਕਤਾਂ ਵੀ ਆਉਂਦੀਆਂ ਨੇ। ਸੋ ਦੇਖੋ ਹੁਣ ਉਹ 'ਚ ਕੀਤਾ, ਉਹਦੇ ਵਿੱਚ ਬੇਲ ਮਿਲ ਗਈ ਤੇ ਕਿ ਉਹ ਜੇਲ੍ਹ 'ਚ ਕੇਸ 'ਚ ਕੋਈ ਗੱਲ ਹੁੰਦੀ ਤਾਂ ਉਹ ਬੇਲ ਹੋ ਹੀ ਨਹੀਂ ਸਕਦੀ ਸੀ ਕਿਸੇ ਹਾਲਤ ਦੇ ਵਿੱਚ ਹੀ। ਤੇ ਇਸ ਤੋਂ ਬਾਅਦ ਵੀ ਜਿਹੜੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਅਦਾਲਤ ਕਰੂਗੀ ਤੇ ਮੇਰਾ ਖਿਆਲ ਆ ਵੀ ਇਹਦੇ 'ਚੋਂ ਬਿਲਕੁਲ ਸਾਫ਼ ਸੁਥਰੇ ਹੋ ਕੇ ਉਹ ਨਿਕਲਣਗੇ। ਕਿਉਂਕਿ ਜਿਹੜਾ ਜਿੰਨਾ ਕਿ ਮੈਂ ਜਾਣਦਾ ਵੀ ਸੋਚਿਆ ਵੀ ਨਹੀਂ ਜਾ ਸਕਦਾ ਵੀ ਕੋਈ ਇੱਦਾਂ ਦੇ ਕੰਮ 'ਚ ਕੋਈ ਇਨਵੋਲਵ ਹੋ ਸਕਦੇ ਹਨ, ਸੋਚਿਆ ਵੀ ਨਹੀਂ ਜਾ ਸਕਦਾ। ਪਰ ਵਿਰੋਧੀ ਤਾਂ ਤੁਹਾਡੇ ਤੇ ਐਲੀਗੇਸ਼ਨ ਜਾਂ ਬਿਕਰਮ ਮਜੀਠੀਆ ਤੇ ਐਲੀਗੇਸ਼ਨ ਲਗਾਤਾਰ ਉਹਨਾਂ ਤਾਂ ਪਤਾ ਡਰ ਆ ਉਹਨਾਂ ਦਾ ਨਾ ਵੀ ਪਤਾ ਵੀ ਇਹ ਬੰਦਾ ਅੱਗੇ ਵਧਣ ਵਾਲਾ ਜੀ। ਕੋਈ ਵੀ ਬੰਦਾ ਜਿਹੜਾ ਪਤਾ ਲੱਗੇ ਵੀ ਜਦੋਂ ਕੋਈ ਬੰਦਾ ਪੋਲਿਟਿਕਸ 'ਚ ਅੱਗੇ ਚਮਕਦਾ ਵਾ ਤੇ ਯੰਗ ਏਜ ਦੇ ਵਿੱਚ, ਫਿਰ ਉਹਨੂੰ ਰੋਕਣ ਲਈ ਬੜਾ ਕੁਝ ਕੀਤਾ ਜਾਂਦਾ। ਰਾਜਨੀਤੀ 'ਚ ਬੜੀਆਂ ਗਿਰਾਵਟਾਂ ਆਈਆਂ ਹੋਈਆਂ ਨੇ, ਸੋ ਉਹਦੇ ਵਿੱਚ ਸਾਜ਼ਿਸ਼ਾਂ ਘੜੀਆਂ ਜਾਂਦੀਆਂ ਨੇ, ਬਦਨਾਮ ਕਰਨ ਦੇ ਲਈ ਬੜਾ ਕੁਝ ਕੀਤਾ ਜਾਂਦਾ। ਜਦੋਂ ਤੁਸੀਂ ਸਰਕਾਰ ਦੇ ਖਿਲਾਫ ਲੜਦੇ ਹੋ, ਤੁਸੀਂ ਜਦੋਂ ਸੱਤਾ ਦੇ ਵਿੱਚ ਹੁੰਦੇ ਹੋ ਤੁਸੀਂ ਕਮਜ਼ੋਰ ਹੋ ਜਾਂਦੇ ਹੋ, ਤੁਹਾਡਾ ਵਰਕਰ ਵੀ ਕਮਜ਼ੋਰ ਹੋ ਜਾਂਦਾ। ਜਦੋਂ ਤੁਸੀਂ ਆਪੋਜੀਸ਼ਨ 'ਚੋਂ ਫਿਰ ਕਮਜ਼ੋਰੀ ਤਾਂ ਨੇੜੇ ਤੇੜੇ ਨਹੀਂ ਰਹਿੰਦੀ ਨਾ ਤੁਹਾਡੇ। ਹਾਂ, ਨਹੀਂ ਬਿਲਕੁਲ। ਦੇਖੋ ਉਹਦੇ 'ਚ ਇਹ ਆ ਵੀ ਤੁਹਾਨੂੰ ਫਿਰ ਜਦੋਂ ਤੁਸੀਂ ਸੱਚੇ ਹੋ ਤੁਹਾਨੂੰ ਕਾਹਦਾ ਡਰ ਆ। ਅੱਛਾ, ਆਮ ਆਦਮੀ ਪਾਰਟੀ ਨੇ ਕੈਂਡੀਡੇਟ ਨਹੀਂ ਦਿੱਤਾ ਹੈਗਾ ਹਾਲੇ ਤੱਕ, ਕੀ ਲੱਗਦਾ? ਲੱਗਦਾ ਕੀ ਆ ਵੀ ਹਜੇ ਤੱਕ ਜਿਹੜਾ ਉਹ ਫੂਲਕਾ ਸਾਹਿਬ ਵਾਲਾ ਜਿਹੜਾ ਇਹਨਾਂ ਨੂੰ ਝਟਕਾ ਲੱਗਿਆ ਹੋਇਆ ਜੀ, ਉਹ ਪੈਰ ਨਹੀਂ ਲੱਗ ਰਿਹਾ ਕਿਤੇ। ਕਿਉਂਕਿ ਜਦੋਂ ਸਰਵੇਖਣ ਆਉਂਦੇ ਨੇ, ਦੇਖੋ ਅੱਜ ਹਰ ਬੰਦਾ ਸਰਵੇ ਕਰਦਾ, ਤੁਸੀਂ ਵੀ ਤੁਹਾਡੇ ਚੈਨਲ ਨੇ ਵੀ ਕੀਤਾ ਹੋਣਾ, ਸਾਰੇ ਸਰਵੇ ਤੇ ਰਿਪੋਰਟਾਂ ਆਈ ਜਾਂਦੀਆਂ ਨੇ ਵੀ ਹਲਕਾ ਕੀ ਕਹਿੰਦਾ ਵਾ, ਲੋਕ ਕਿੱਥੇ ਬੋਲਦੇ ਨੇ। ਸੋ ਕਿਹੜੀ ਪਾਰਟੀ ਕਿੱਥੇ ਖੜੀ ਆ, ਕਿਹੜਾ ਬੰਦਾ ਕਿੱਥੇ ਖੜਾ ਵਾ। ਹਾਲਾਂਕਿ ਤਕਰੀਬਨ ਕਿਤੇ ਜ਼ਿਆਦਾ ਕੰਮ ਫਸਿਆ ਹੋਵੇ ਤਾਂ ਕਹਿ ਨਹੀਂ ਸਕਦੇ, ਅਦਰਵਾਈਜ਼ ਕਲੀਅਰ ਹੀ ਹੁੰਦੀ ਹੈ ਸਥਿਤੀ, ਰਿਜ਼ਲਟ ਹੀ ਆਉਣੇ ਹੁੰਦੇ, ਕਾਫੀ ਕੁਝ ਪਤਾ ਹੀ ਹੁੰਦਾ। ਠੀਕ ਹੈ। ਯਾਲੀ ਸਾਹਿਬ, ਜਦੋਂ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਸੀ ਤੁਹਾਨੂੰ ਬੈਸਟ ਅਵਾਰਡ ਮਿਲਿਆ ਜਿਹੜਾ ਹੈ ਨਾ ਦੇਸ਼ ਦੀ ਸਰਕਾਰ ਦੇ ਵੱਲੋਂ, ਤਾਂ ਹਜੇ ਵੀ ਬਹੁਤ ਸਾਰੇ ਸੁਪਨੇ ਹੈਗੇ ਨੇ ਕਿ ਮੈਂ ਦਾਖਾ ਹਲਕੇ ਨੂੰ ਕਿਸ ਤਰ੍ਹਾਂ ਦਾ ਬਣਾਉਣਾ ਚਾਹੁੰਦਾ, ਕਿਉਂਕਿ ਹੁਣ ਲੋਕਾਂ ਨੇ ਚੁਣਨਾ ਹੈ, ਜੇ ਚੁਣਦੇ ਨੇ, ਜੇ ਪਾਵਰ ਆਉਂਦੀ ਹੈ, ਸੱਤਾ 'ਚ ਜਾਂਦੇ ਹੋ, ਕੀ ਕੁਝ ਕਰਨਾ ਚਾਹੁੰਦੇ ਹੋ? ਦੇਖੋ, ਜਿਹੜੀ ਮੈਂ ਸਭ ਤੋਂ ਵੱਡੀ ਪ੍ਰਾਪਤੀ ਸਮਝਦਾ, 2 ਪ੍ਰੋਜੈਕਟ ਅਸੀਂ ਦਿੱਤੇ ਆ ਹਲਕੇ ਨੂੰ, ਪੰਜਾਬ ਨੂੰ, ਦੇਸ਼ ਨੂੰ। ਉਹ ਕੀ ਨੇ? ਇੱਕ ਤਾਂ ਛੱਪੜ ਦਾ ਨਵੀਨੀਕਰਨ, ਕਿ ਅਸੀਂ ਕਿੱਦਾਂ ਛੱਪੜਾਂ ਦੇ ਪਾਣੀ ਨੂੰ ਸਾਫ਼ ਕਰਨਾ।
ਕੋਈ ਉਹ ਟਾਈਮ ਸੀਗਾ ਕਿ ਛੱਪੜ ਭਰ ਚੁੱਕੇ ਸੀਗੇ, ਅੱਗੇ ਡਰੇਨੇਜ ਹੁੰਦੀ ਨਹੀਂ ਸੀਗੀ, ਥੱਲੇ ਪੂਰੀ ਉਹਦੇ ਜਿਹੜੀ ਗੰਦਗੀ ਦੀ ਇੱਕ ਪੂਰੀ ਲੇਅਰ ਬਣ ਗਈ ਸੀ, ਲੇਅਰ ਬਣ ਗਈ ਸੀਗੀ। ਉਹ ਲੇਅਰ ਕਰਕੇ ਸੀਪੇਜ ਉਦੋਂ ਹਟ ਗਈ, ਅਸੀਂ ਉਹਨਾਂ ਨੂੰ ਸਾਫ਼ ਕਰਕੇ ਪੋਰਸ਼ਨ ਬਣਾਤੇ ਉਹਦੇ, ਵੀ ਗੰਦਗੀ ਪਹਿਲੇ 'ਚ ਹੀ ਸਾਰੀ ਜਿਹੜੀ ਹੈਗੀ ਆ ਉਹ ਉਹਦੇ 'ਚ ਜੰਮ ਜਾਵੇ ਤੇ ਸਾਫ਼ ਹੋ ਕੇ ਦੂਜੇ ਜਾਵੇ, ਜਿਹੜੀ ਉਹ ਅੱਗੇ ਸੀਪੇਜ ਵੀ ਹੋਵੇ, ਰੀਚਾਰਜਿੰਗ ਵੀ ਹੋ ਜਾਵੇ। ਪਹਿਲਾਂ ਕੱਚੇ ਬਣੇ, ਫਿਰ ਉਹ ਪੱਕੇ ਬਣੇ। ਉਹ ਜਿਹੜਾ ਪ੍ਰੋਜੈਕਟ ਆ ਉਹ ਸਾਡਾ ਅੱਜ ਗਵਰਨਮੈਂਟ ਆਫ ਇੰਡੀਆ ਨੇ ਅਡਾਪਟ ਕਰ ਲਿਆ। ਅੱਜ ਪੰਜਾਬ 'ਚ, ਹਰਿਆਣੇ, ਰਾਜਸਥਾਨ, MP ਮੈਂ ਜਾਣਦਾ ਕਿਤੇ ਜੋ ਦੇਖਦੇ ਆ ਉਹ ਪੋਰਸ਼ਨ ਬਣਦੇ, ਤਾਂ ਲੱਗਦਾ ਵੀ ਵਾਕਈ ਇਹ ਪ੍ਰਮਾਤਮਾ ਨੇ ਬੜਾ ਵਧੀਆ ਕੰਮ ਕਰਾਇਆ। ਤੇ ਉਦੋਂ ਹੀ ਅਵਾਰਡ ਵੀ ਮਿਲਿਆ ਮੈਨੂੰ ਪ੍ਰਾਈਮ ਮਿਨਿਸਟਰ ਵੱਲੋਂ, ਜਿਹੜੇ ਅਸੀਂ ਡਿਵੈਲਪਮੈਂਟ ਦੇ ਕੰਮ ਕੀਤੇ ਸੀ ਉਹਦੇ ਕਰਕੇ। ਦੂਸਰਾ ਖੇਡ ਪਾਰਕ, ਇਹ ਇੱਕ ਵੱਖਰੀ ਕ੍ਰੀਏਸ਼ਨ ਆ। ਇੱਕ ਪੰਜਾਬ ਕੀ ਇੰਡੀਆ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਨਹੀਂ ਬਣਿਆ ਸੀ ਕਿਤੇ, ਤੇ ਅੱਜ ਕਿਤੇ ਵੀ ਬਣ ਰਿਹਾ ਜੇ, ਚਾਹੇ ਸਾਡਾ ਕੋਈ ਵਿਰੋਧੀ ਵੀ ਕਿਸੇ ਪਿੰਡ 'ਚ ਬਣਾ ਰਿਹਾ, ਕਿਸੇ ਹੋਰ ਹਲਕੇ 'ਚ ਬਣ ਰਿਹਾ। ਨਰੇਗਾ ਦੇ ਨਾਲ ਤੁਸੀਂ ਮਿਲ ਕੇ ਬਣਾਏ ਸੀ? ਹਾਂ, ਉਹ ਇੱਕ ਕ੍ਰੀਏਸ਼ਨ ਹੀ ਨਹੀਂ, ਇੱਕ ਤਾਂ ਕ੍ਰੀਏਸ਼ਨ ਨਵੀਂ ਸੀ। ਸਾਡੇ ਪਹਿਲਾਂ ਕੀ ਹੁੰਦਾ ਸੀ, ਸਟੇਜ ਤੇ ਪੌੜੀਆਂ ਹੀ ਬਣਦੀਆਂ ਸੀ, ਪਲੇਅਰਸ ਲਈ ਕੁਝ ਨਹੀਂ ਬਣਦਾ ਸੀ ਐਕਟੀਵਿਟੀ ਲਈ। ਸਟੇਜ ਲੀਡਰਾਂ ਦੇ ਬਹਿਣ ਲਈ ਤੇ ਪੌੜੀਆਂ ਲੋਕਾਂ ਦੇ ਬਹਿਣ ਲਈ। ਜੇ ਕੋਈ ਟੂਰਨਾਮੈਂਟ ਹੋਊ ਸਾਲ 'ਚ 2 ਦਿਨ ਹੋ ਜਾਊਗਾ ਜਾਂ 3 ਦਿਨ ਹੋ ਜਾਊਗਾ, ਫਿਰ ਉਹਦੀ ਵਰਤੋਂ ਹੋਣੀ ਆ, ਅਦਰਵਾਈਜ਼ ਬੇਕਾਰ ਆ। ਅਸੀਂ ਕੀ ਬਣਾਇਆ, ਅਸੀਂ ਜੋ ਕੁਝ ਬਣਾਇਆ, ਉੱਥੇ ਫੁੱਟਪਾਥ ਬਣਾਇਆ, ਗਰਾਊਂਡ ਬਣੇ ਆ, ਫਿਰ ਉੱਥੇ ਬੱਚਿਆਂ ਦੇ ਝੂਲੇ ਲੱਗੇ ਆ, ਓਪਨ ਜਿਮ ਲੱਗੇ ਨੇ, ਸੈਰ ਕਰਦੇ ਨੇ ਲੋਕ, ਜੋ ਵੀ ਆ ਉਹ 'ਚ ਹਰ ਉਮਰ ਦੇ ਲੋਕ ਰੋਜ਼ ਵਰਤੋਂ ਕਰਦੇ ਆ ਉਹਦੀ। ਉਹ ਚੀਜ਼ ਅੱਗੇ ਕੀ ਹੈ, ਮੈਂ ਉਹੀ ਪੁੱਛ ਰਿਹਾ ਸੀਗਾ। ਇਹ ਤਾਂ ਬਹੁਤ ਵਧੀਆ ਪ੍ਰੋਜੈਕਟ ਨੇ ਤੁਹਾਡੇ। ਅੱਗੇ ਰੀਜ਼ਨ ਕੀ ਹੈ? ਬੜਾ ਕੁਛ ਹੈਗਾ। ਉਹ ਆਈਡੀਆਜ਼ ਅਸੀਂ ਆਉਣ ਵਾਲੇ ਸਮੇਂ 'ਚ ਲੈ ਕੇ ਆਵਾਂਗੇ। ਸਭ ਤੋਂ ਵੱਧ ਲੋੜ ਫਿਰ ਹੈਲਥ ਤੇ ਐਜੂਕੇਸ਼ਨ ਤੇ ਸਪੋਰਟਸ, ਇਹ ਸਾਡੀਆਂ ਪ੍ਰਾਇੋਰਟੀਜ਼ ਨੇ। ਵੀ ਜਿੰਨਾ ਵੀ ਹੋ ਸਕੇ ਕੰਮ ਐਜੂਕੇਸ਼ਨ ਤੇ ਕਰਨ ਦੀ ਲੋੜ ਹੈਗੀ ਆ, ਤੇ ਹੈਲਥ ਤੇ ਲੋੜ ਹੈਗੀ ਆ। ਕਰੋਨਾ ਨੇ ਸਾਡਾ ਜਲੂਸ ਕੱਢ ਕੇ ਰੱਖ ਦਿੱਤਾ, ਸਟੇਟ ਗਵਰਨਮੈਂਟ ਦਾ, ਪੂਰੀ ਗਵਰਨਮੈਂਟ ਆਫ ਇੰਡੀਆ ਦਾ ਕੀ ਆ, ਸਾਡੇ ਪੱਲੇ ਕੁਝ ਵੀ ਹੈ ਨਹੀਂਗਾ। ਤੇ ਲੇਕਿਨ ਉਸ ਪਾਸੇ ਵੱਧ ਤੋਂ ਵੱਧ ਧਿਆਨ ਦੇਣ ਦੀ ਲੋੜ ਆ। ਸਰਕਾਰੀ ਸਕੂਲਾਂ ਦਾ ਜੋ ਹਾਲਾਤ ਨੇ ਇੰਨੇ ਕੁ ਮਾੜੇ ਨੇ ਕਿ ਉਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਆ। ਇਸ ਤੋਂ ਵੀ ਵੱਡਾ ਜਿਹੜਾ ਸਭ ਤੋਂ ਵੱਧ ਧਿਆਨ ਦੇਣਾ, ਉਹ ਹੈ ਬੇਰੁਜ਼ਗਾਰੀ, ਜਿਹੜੀ ਅਸੀਂ ਉਹਦੇ ਤੇ ਮੈਂ ਬੜਾ ਕੰਮ ਕਰ ਰਿਹਾ ਵਾ ਕਿ ਅਸੀਂ ਨੌਜਵਾਨਾਂ ਨੂੰ ਕਿੱਦਾਂ ਰੁਜ਼ਗਾਰ ਮੁਹੱਈਆ ਕਰਾਉਣਾ। ਜਿਹੜੇ ਅੱਜ ਨੌਜਵਾਨ ਬਾਹਰ ਨੂੰ ਭੱਜ ਰਿਹਾ, ਬਾਹਰਲੀ ਕੰਟਰੀਜ਼ ਨੂੰ, ਉਹਨੂੰ ਕਿਵੇਂ ਰੋਕਣਾ ਸੀ। ਜਾਣਾ ਕੋਈ ਨਹੀਂ ਚਾਹੁੰਦਾ, ਮਨ ਦੀ ਖੁਸ਼ੀ ਜੋ ਇੱਥੇ ਆ। ਮੈਨੂੰ 25 ਸਾਲ ਹੋ ਗਏ ਫੋਰਨ ਜਾਂਦੇ ਨੂੰ, ਬਾਹਰਲੀ ਕੰਟਰੀਜ਼, ਖੁਸ਼ ਕੋਈ ਵੀ ਹੈ ਨਹੀਂਗਾ। ਉਹਦੀ ਜਿਹੜੀ ਖਿੱਚ ਹੈਗੀ ਆ ਉਹ ਆਪਦੇ ਪੰਜਾਬ ਹੈ, ਜਿਹੜਾ ਇੱਥੇ ਜੰਮਿਆ ਪਲਿਆ 18-20 ਸਾਲ ਤੱਕ ਰਿਹਾ, ਉਹਦੀ ਖਿੱਚ ਪੰਜਾਬ ਦੇ ਨਾਲ ਆ, ਆਪਦੇ ਪਿੰਡ ਦੇ ਨਾਲ ਆ, ਆਪਦੇ ਚਾਹੇ ਉਹ ਕੱਚਾ ਘਰ ਹੀ ਆ, ਚਾਹੇ ਉੱਥੇ ਮਹਿਲ 'ਚ ਰਹਿ ਰਿਹਾ ਉਹ, ਇੱਥੇ ਜਿਹੜਾ ਉਹਦਾ ਕੱਚਾ ਘਰ ਆ, ਚਾਹੇ ਜਿੱਦਾਂ ਦਾ ਵੀ ਘਰ ਹੈਗਾ, ਉਹਦੀ ਖਿੱਚ ਉਹਦੇ ਨਾਲ, ਅਟੈਚਮੈਂਟ ਆ ਉਹਦੇ ਨਾਲ। ਕੀ ਸੋਚਣ ਲੋਕ, ਕਿਉਂਕਿ ਵੋਟ ਜਦੋਂ ਦੇਣੀ ਹੁੰਦੀ ਹੈ ਤਾਂ ਬਹੁਤ ਮਨ 'ਚ ਵਿਚਾਰ ਆਉਂਦੇ ਨੇ, ਕਿਉਂਕਿ ਅੱਜ ਕੱਲ੍ਹ ਮਾਧਿਅਮ ਬਹੁਤ ਨੇ, ਕੋਈ ਇੱਧਰੋਂ ਬਿਆਨ ਆ ਰਿਹਾ, ਕੋਈ ਇੱਧਰੋਂ ਵਾਅਦਾ ਹੋ ਰਿਹਾ, ਕੋਈ ਦਾਅਵਾ ਹੋ ਰਿਹਾ। ਤੁਸੀਂ ਦੇਖੋ ਵੀ ਅਕਾਲੀ ਦਲ ਦਾ ਕਾਰਜਕਾਲ ਦੇਖਿਆ, ਜੋ ਡਿਵੈਲਪਮੈਂਟ ਹੋਈ ਆ, ਜੋ ਸਹੂਲਤਾਂ ਲੋਕਾਂ ਨੂੰ ਮਿਲੀਆਂ ਨੇ, ਉਹ ਅੱਜ ਵੀ ਉਹਦੇ ਕੋਈ ਨੇੜੇ ਤੇੜੇ ਵੀ ਪਹੁੰਚ ਸਕਦੇ। ਰੋਡ ਇਨਫਰਾਸਟ੍ਰਕਚਰ, ਫਲਾਈਓਵਰ, ਬਾਈਪਾਸ ਜੋ ਬਣੇ ਨੇ, ਸਭ ਤੋਂ ਵੱਡੀ ਗੱਲ ਬਿਜਲੀ। ਅੱਜ ਇਹ ਘੰਟੇ ਲਈ ਵੀ ਚਲੀ ਜਾਵੇ ਨਾ, ਹਾਹਾਕਾਰ ਮਚ ਜਾਂਦੀ ਆ। ਕੱਲ੍ਹ ਮੈਨੂੰ ਲੁਧਿਆਣੇ ਤੋਂ ਫੋਨ ਆਇਆ ਕਿ ਫਲਾਣੇ ਪਿੰਡ 'ਚ ਇੱਕ ਜਗ੍ਹਾ ਬਿਜਲੀ ਨਹੀਂ ਆਈ, ਘੰਟਾ ਹੋ ਗਿਆ। ਲੁਧਿਆਣੇ ਤੋਂ ਬੰਦਾ ਫੋਨ ਕਰ ਰਿਹਾ ਵਾ, ਸਾਡਾ ਉੱਥੇ ਰਿਸ਼ਤੇਦਾਰੀ ਹੈ ਵੀ ਉੱਥੇ ਬਿਜਲੀ ਹੈ ਨਹੀਂ ਗੀ। ਅਤੇ ਕਹਿਣ ਦਾ ਮਤਲਬ ਵੀ ਉਹ ਕੋਈ ਉੱਥੇ ਗਏ ਹੋਣੇ ਆ, ਜਾਂ ਉਹਨਾਂ ਨੇ ਕਿਹਾ ਵੀ ਅਸੀਂ ਗੱਲ ਕਰ ਲੈਂਦੇ ਹਾਂ। ਵੀ ਲੋਕਾਂ ਨੂੰ ਇੰਨੀ ਕੁ ਜ਼ਿਆਦਾ ਇਹਦੀ, ਜਦੋਂ ਕੋਈ ਚੀਜ਼ ਹੁੰਦੀ ਆ ਉਹਦੀ ਅਹਿਮੀਅਤ ਘਟ ਜਾਂਦੀ ਆ, ਜਦੋਂ ਅਸੀਂ ਚੀਜ਼ ਗਵਾ ਲੈਂਦੇ ਆ ਫਿਰ ਉਹਦੀ ਅਹਿਮੀਅਤ ਵੱਧ ਜਾਂਦੀ ਆ। ਸਰਪਲਸ ਅਕਾਲੀ ਦਲ ਨੇ ਕੀਤੀ, ਬਿਲਕੁਲ ਕੀਤੀ ਆ। ਇਹਨਾਂ ਨੇ ਦੱਸਣ ਕਿਹੜਾ, ਇਹਨਾਂ ਨੇ ਇੱਕ ਯੂਨਿਟ ਪੈਦਾ ਕਰਨ ਲਈ ਉਪਰਾਲਾ ਕੀਤਾ। ਕੋਈ ਰੋਡ ਮਹਿੰਗੀ ਬਿਜਲੀ ਪੈਦਾ ਕੀਤੀ ਹੈ, ਤੁਸੀਂ ਮਹਿੰਗੀ ਮੇਰੀ ਗੱਲ ਫਿਰ ਸਸਤੀ ਕਰ ਦਿੰਦੇ, ਹੁਣ ਕੀਤੀ ਨਹੀਂ ਸਸਤੀ, ਕਰ ਲੈਣ ਸਸਤੀ। ਹੁਣ ਕਹਿਣ ਦੀ ਗੱਲਾਂ, ਇਕੱਲੇ ਬੋਰਡ ਲਵਾਉਣਾ ਸਸਤੀ ਨਾ ਹੋ ਜਾਣੀ, ਇਹ ਤਾਂ ਇਕੱਲੇ ਬੋਰਡ ਲਵਾ ਸਕਦੇ ਨੇ, ਐਡਵਰਟਾਈਜ਼ ਕਰ ਸਕਦੇ ਆ, ਪਰ ਗਰਾਊਂਡ ਤੇ ਕੁਝ ਨਹੀਂ ਦੇ ਸਕਦੇ। ਉਹ ਗਰਾਊਂਡ ਤੇ ਦਿੱਤਾ ਅਕਾਲੀ ਦਲ ਨੇ ਦਿੱਤਾ। ਹਰ ਵਰਗ ਨੂੰ ਸਹੂਲਤਾਂ ਜਿਹੜੀਆਂ ਅੱਜ ਮਿਲ ਰਹੀਆਂ ਨੇ, ਇਹ ਤਾਂ ਕਹਿੰਦੇ ਚਾਹ ਪੱਤੀ ਖੰਡ ਕੇ ਦੇਵਾਂਗੇ, ਆਟਾ ਦਾਲ ਵੀ ਨਹੀਂ ਮਿਲ ਰਿਹਾ ਲੋਕਾਂ ਨੂੰ। ਸਾਡੇ ਟਾਈਮ ਮਿਲਦਾ ਸੀਗਾ ਸਾਰਾ। ਫਿਰ ਪੈਨਸ਼ਨਾਂ, ਚਾਹੇ ਬਿਜਲੀ ਦੇ 400 ਯੂਨਿਟ ਜਿਹੜੇ ਮਾਫ ਕੀਤੇ ਹੋਏ ਸੀਗੇ, ਸੋ 5100 ਜਿਹੜੀ ਸ਼ਗਨ ਸਕੀਮ ਸੀ ਜਿਹੜੀ ਉਹ ਮਿਲ ਰਹੀ ਸੀਗੀ, ਪਹਿਲਾਂ 5100 ਬਾਅਦ 15000 ਦਿੰਦੇ ਰਹੇ ਆ। ਸੋ ਜੋ ਕੁਝ ਵੀ ਦਿੱਤਾ ਗਿਆ, ਇਹ ਲੋਕ ਚੰਗੀ ਤਰ੍ਹਾਂ ਸਮਝਦੇ ਆ ਕਿ ਉਹ ਅਕਾਲੀ ਦਲ ਦੀ ਸਰਕਾਰ ਨੇ ਦਿੱਤਾ। ਇਹਦਾ ਸਿਰਫ ਲਾਰੇ ਦਿੱਤੇ ਇਹਨਾਂ ਨੇ, 5 ਸਾਲ ਦੇ ਦਿੱਤਾ, ਹੋਰ ਕੁਝ ਨਹੀਂ। ਇਹਨਾਂ ਦਾ ਸਾਰਾ ਜ਼ੋਰ ਅਕਾਲੀ ਦਲ ਨੂੰ ਬਦਨਾਮ ਕਰਦੇ ਲੱਗੇ ਰਹੇ ਆ 5 ਸਾਲ। ਇਹਨਾਂ ਨੇ ਹੋਰ ਕੁਝ ਨਹੀਂ ਕੀਤਾ ਵੀ ਇਹਨੂੰ ਕਿਵੇਂ ਮਾੜਾ ਬਣਾ ਦਿਓ, ਕਿਵੇਂ ਬਦਨਾਮ ਕਰ ਦਿਓ ਜੀ। ਆ ਫਲਾਨੀ ਰਿਪੋਰਟ ਆ ਗਈ, ਧਮਕੜੀ ਰਿਪੋਰਟ ਆ ਗਈ, ਉਹਦੇ ਤੇ ਜ਼ੋਰ ਰਿਹਾ, ਕੰਮ ਤੇ ਜ਼ੋਰ ਨਹੀਂ ਰਿਹਾ ਇਹਨਾਂ ਦਾ। ਬਸ ਇਹ ਤਾਂ ਵੀ ਇਹਨੂੰ ਮਾੜਾ ਬਣਾ ਦਿਓ ਇਹਨਾਂ ਨੂੰ। ਅਖੀਰ ਜਿਹੜੀ ਲੋਕ ਸਮਝ ਗਏ ਹੁਣ, ਦੇਖੋ ਇਹ ਤਾਂ ਰਿਜ਼ਲਟ ਆਏ ਤੇ ਪਤਾ ਲੱਗੂਗਾ। ਸਾਡੇ ਇਲਾਕੇ ਵਾਲੇ ਤਾਂ 19 ਚ ਸਮਝ ਗਏ ਸੀਗੇ ਸਾਰੇ, ਠੀਕ ਹੈ। ਬਾਕੀ ਪੰਜਾਬ ਵਾਲੇ ਹੁਣ 22 ਸਮਝ ਜਾਣਗੇ। ਉਹਦਾ ਰਿਜ਼ਲਟ ਸਾਹਮਣੇ ਆ ਗਿਆ ਸੀ, ਸਾਰਾ ਕੁਝ ਕਰਕੇ ਦੇਖ ਹੀ ਲਿਆ। ਇਹ 15000 ਦਾ ਫਰਕ ਇਹ ਸੀ ਵੀ 40000 ਦਾ ਫਰਕ ਆ। ਉਹ 15 ਨਹੀਂ, ਉਹਨੂੰ ਜੋ ਸਰਕਾਰ ਬੈਠੀ ਹੋਵੇ ਸਿਸਟਮ ਦੇ ਖਿਲਾਫ, ਵਨ ਸਾਈਡਡ ਸੀ ਸਾਰਾ ਕੁਝ।
ਉਹ ਲੋਕ ਸਮਝ ਕੇ ਤਾਂ ਹੀ ਸੀ ਨਾ, ਉੱਥੇ ਕਿਹੜਾ ਸਾਡੇ ਕੋਲ ਇਹੀ ਕੁਝ ਨਹੀਂ ਸੀ। ਅਸੀਂ ਤਾਂ ਸਰਕਾਰ ਦੇ ਵਿਰੁੱਧ, ਸਿਸਟਮ ਦੇ ਖਿਲਾਫ, ਪੁਲਿਸ ਦੇ ਖਿਲਾਫ, ਪ੍ਰਸ਼ਾਸਨ ਦੇ ਖਿਲਾਫ, ਇਹਨਾਂ ਦੇ ਮੰਤਰੀਆਂ ਦੇ ਖਿਲਾਫ ਚੋਣ ਲੜ ਰਹੇ ਸੀ। ਤੇ ਇਹ ਜਿਹੜੇ ਇਹ ਕਾਂਗਰਸ ਵਾਲੇ ਇੱਥੋਂ ਦਾ ਲੀਡਰ, ਇਹ ਸੀਗੇ ਪੁਲਿਸ ਦੀਆਂ ਵਿਸਾਖੀਆਂ ਤੇ ਚੱਲ ਰਹੇ, ਇਹ ਪ੍ਰਸ਼ਾਸਨ ਦੀਆਂ ਵਿਸਾਖੀਆਂ ਤੇ। ਹੁਣ ਜਦੋਂ ਆਪਣੇ ਪੈਰਾਂ ਤੇ ਤੁਰਨਾ ਪਿਆ ਇਲੈਕਸ਼ਨ 'ਚ, ਉਦੋਂ ਪਤਾ ਲੱਗਣਾ। ਸਾਡੇ ਤਾਂ ਪਹਿਲੇ ਪੈਰਾਂ ਤੇ ਖੜੇ ਨੇ, ਲੜਾਈਆਂ ਲੜ ਰਹੇ ਨੇ, ਧੱਕੇਸ਼ਾਹੀਆਂ ਦੇ ਵਿਰੁੱਧ ਲੜ ਰਹੇ ਨੇ। ਸੋ ਹੁਣ ਪਤਾ ਲੱਗਣਾ ਇਸ ਇਲੈਕਸ਼ਨ ਦੇ ਵਿੱਚ ਵੀ ਕਿਹੜੇ ਭਾਅ ਵਿਕਦੀ ਆ। ਬਹੁਤ ਧੰਨਵਾਦ ਮਨਪ੍ਰੀਤ ਸਿੰਘ ਯਾਲੀ ਜੀ ਗੱਲਬਾਤ ਕਰਨ ਦੇ ਲਈ। ਯਾਲੀ ਸਾਹਿਬ ਨਾਲ ਗੱਲਬਾਤ ਕੀਤੀ ਆ, ਸਾਰੇ ਮੁੱਦਿਆਂ ਤੇ ਗੱਲਬਾਤ ਕੀਤੀ ਆ। ਉਹਨਾਂ ਨੇ ਕਿਹਾ ਕਿ ਲੋਕ ਜਿਹੜੇ ਨੇ ਸਮਝ ਚੁੱਕੇ ਨੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵਿਰੋਧੀਆਂ ਦੇ ਵੱਲੋਂ ਲਗਾਤਾਰ ਕੀਤੀ ਗਈ, ਪਰ ਹੁਣ ਲੋਕ ਸਮਝ ਚੁੱਕੇ ਨੇ। ਦੇਖਣਾ ਹੋਏਗਾ ਜਦੋਂ 14 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ 10 ਮਾਰਚ ਨੂੰ ਰਿਜ਼ਲਟ ਆਵੇਗਾ ਤਾਂ ਕਿਸ ਢੰਗ ਦੇ ਨਾਲ ਲੋਕ ਜਿਹੜੇ ਨੇ ਇਸ ਵਾਰ ਵੋਟ ਦਿੰਦੇ ਨੇ। ਫਿਲਹਾਲ ਇਸ ਪੇਸ਼ਕਸ਼ 'ਚ ਨਾ ਹੀ ਸਾਨੂੰ ਦਿਓ ਇਜਾਜ਼ਤ। ਧੰਨਵਾਦ।